खालसा वाहिगुरू जी की फतेह। अज नगर राजपुर कपूरथले जिले का पिंड आ, उत्थे सानूं अज कंप्लेंट आई सी कल दोपहरे। एक अमृतधारी बच्चा 12-13 सालों का उन्हें अमृत पान किया ते पिंड के कुछ शरारती बंदियां ने उन्होंने बच्चे नूं चपेड़ा चपूड़ा भी मारियां ते ककारां वास्ते कोई माड़े चंगे ਜਿਹੜੇ लफज आखे गए उन्होंने ते सानूं बीबी जी ने लिखती रूप दे विच एक वीडियो बना के लिखती रूप दे विच एक वीडियो बना के सानूं इनवाइट किया भी तुसीं आके मेरा फैसला करा के जाओ। सियासी दबाव दे नाल जिहड़ा इन्हां ते धक्का करके जिहड़ा फैसला वो पुलिस प्रशासन ने करवाता, पर यह फैसले तो बिल्कुल संतुष्ट नहीं आ। इस करके इन्हां दी संतुष्टि वास्ते गुरु मर्यादा नूं मुੱਖ रखदे होए ਆਪਾਂ ਜਿਹੜਾ ਇਹ फैसले के उपर पहुँचे हैं तो सतगुरु की कृपा नाल ये फैसला फतेह होगा जी। वाहिगुरू जी का खालसा वाहिगुरू जी की फतेह। भैन जी जी गल होई है इत्थे जिहड़ा बच्चे नूं जिहड़ा ककारां दी जिहड़ी बेदबी कीती है जां अमृत छकन दे खिलाफ उन्होंने वचन बोले है, उहदे बारे तुसीं जो दो जानकारी पूरी डिटेल में है। मेरा ना 13 साल का बेटा वा, पिंड ਦਾ ਨਾਮ ਵੀ ਬੋਲ ਲੜਾਈ ਦਾ ਕਰਕੇ ਨਾ ਆਪਣੀ ਭੂਆ ਕੋ ਗਿਆ ਸੀ। ਪਿੰਡ ਕਿਹੜਾ ਤੁਹਾਡਾ? ਇਹ ਪਿੰਡ ਹੈਗਾ ਰਾਜਪੁਰ। ਅੱਛਾ ਜੀ, ਤੁਹਾਡਾ ਨਾਮ ਕੀ ਹੈ? ਪੂਜਾ। ਬੱਚੇ ਦਾ ਨਾਮ? ਬੱਚੇ ਦਾ ਨਾਮ ਹੈਗਾ ਵੰਸ਼ਦੀਪ ਸਿੰਘ। ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਕਪੂਰਥਲਾ। ਅੱਛਾ ਜੀ, ਹਾਂਜੀ। 13 ਸਾਲ ਦਾ ਬੇਟਾ ਵਾ ਮੇਰਾ, ਮੈਂ ਉਹਨੂੰ ਅੰਮ੍ਰਿਤ ਛਕਾਇਆ ਵਾ ਤੇ ਜਿੱਦਾਂ ਅੰਮ੍ਰਿਤ ਛਕਿਆ ਹੁਣ ਉਹ ਜਿੱਦਾਂ ਬੱਚੇ ਹੁਣ ਤੁਹਾਨੂੰ ਪਤਾ ਵਧੀਆ ਜਿੱਦਾਂ ਤੁਸੀਂ ਦਸਤਾਰਾਂ ਸਜਾਈਆਂ ਹੋਈਆਂ ਉਹਨੂੰ ਜਿੱਦਾਂ ਵਧੀਆ ਸਜਾਉਣ ਦੀ ਦਸਤਾਰ ਤੇ ਵਧੀਆ ਵਧੀਆ ਪਾ ਕੇ ਉਹਨੇ ਘੁੰਮਣਾ ਕਰਨਾ ਵਾ। ਸਾਈਕਲ ਲੈ ਕੇ ਦਿੱਤਾ ਮੈਂ ਉਹਨੂੰ, ਸਾਈਕਲ ਤੇ ਉਹਨੇ ਜਿੱਦਾਂ ਬਾਬਾ ਜੀ ਦਾ ਜਿਹੜਾ ਝੰਡਾ ਨਹੀਂ ਹੁੰਦਾ ਉਹ ਟੰਗਿਆ, ਉਹਨੇ ਘੁੰਮਣਾ ਫਿਰਨਾ ਗਲੀ 'ਚ। ਤੇ ਇਹ ਕਹਿੰਦਾ ਜਦੋਂ ਹੀ ਕਿਤੇ ਘੁੰਮਦਾ ਫਿਰਦਾ ਨਾ ਗਲੀ 'ਚ ਇਹਨੂੰ ਮਜ਼ਾਕ ਕਰਦੇ ਕਹਿੰਦੇ ਇਹਨਾਂ ਦੇ ਵੱਡਿਆਂ ਨੇ ਤੇ ਕਦੀ ਇਹ ਕੰਮ ਕੀਤਾ ਨਹੀਂ, ਅੰਮ੍ਰਿਤ ਨਹੀਂ ਛਕਿਆ ਤੇ ਇਹ ਕਦੇ ਕੰਮ ਤੇ ਕਰ ਕੇ ਬਾਅਦ 'ਚ ਤੇ ਇਦਾਂ ਮਾਰ ਜਾਂਗਾ। ਕਹਿੰਦੇ ਜਿਹੜੇ ਉੱਤੋਂ ਦੀ ਇਦਾਂ ਪਾਉਂਦੇ ਨਾ ਸ਼੍ਰੀ ਸਾਹਿਬ ਕਹਿੰਦੇ ਉਹ ਛੇਤੀ ਲਾ ਦਿੰਦੇ ਹੁੰਦੇ ਆ। ਇਹ ਸਾਰੀ ਗੱਲ ਦੱਸੋ। ਹਾਂਜੀ ਇਦਾਂ ਦੀ ਗੱਲਾਂ ਕਰਦੇ ਹਾਂਜੀ ਉਹ ਬਾਅਦ 'ਚ ਗੱਲ ਹੋਈ ਨਾ, ਇਦਾਂ ਮਜ਼ਾਕ ਕਰਦੇ ਨੇ ਸਾਰਾ ਇਦਾਂ ਰੋਜ਼ ਮਜ਼ਾਕ ਕਰਨਾ। ਮੈਂ ਡੈਡੀ ਨੂੰ ਦੱਸਿਆ ਜਾ ਕੇ, ਮੈਂ ਕਿਹਾ ਵੀ ਮਜ਼ਾਕ ਕਰਦੇ ਉਹ ਬੱਚਾ ਵਾ ਉਹਨੂੰ ਮਜ਼ਾਕ ਉਹ ਮਜ਼ਾਕ ਤੁਹਾਨੂੰ ਕਰੇ ਤੇ ਫੇਰ ਨਾ ਗੱਲ ਬਣਦੀ ਹੈ ਵੀ ਕਹਣਾ ਲੈ ਨਿਆਣੇ ਨੇ ਮਜ਼ਾਕ ਕਰਦਾ, ਵੱਡਾ ਮਜ਼ਾਕ ਕਰੇ ਸਿਆਣਾ ਪੈਣਾ ਤੇ ਮਾੜੀ ਗੱਲ ਹੀ ਆ। ਮੈਂ ਉਹਦੇ ਡੈਡੀ ਨੂੰ ਦੱਸਿਆ ਜਾ ਕੇ ਤੇ ਉਹਨੇ ਨਾ ਸ਼ਾਮ ਨੂੰ ਕਿਤੇ ਆਪਣੇ ਬੇੜੇ ਨੂੰ ਜਾਣ ਕਿਹਾ ਹੋਊਗਾ, ਉਹਨੇ ਨਾ ਮੇਰੇ ਮੁੰਡੇ ਨੂੰ ਤੁਰੇ ਜਾਂਦੇ ਨੂੰ ਨਾ ਤੇ ਗਾਲ ਕੱਢ ਦਿੱਤੀ ਕਿਤੇ, ਕਹਿੰਦਾ ਜਥੇਦਾਰਾਂ ਦਾ ਸਾਲਾ ਨਾ ਹੋਵੇ ਤੇ ਕਹਿੰਦਾ ਜਥੇਦਾਰਾਂ ਦਾ ਸਾਲਾ ਬਣਿਆ। ਕਹਿੰਦਾ ਜਦੋਂ ਨਾ ਤੁਰੇ ਜਾਂਦੇ ਨੂੰ ਗਾਲ ਕੱਢੀ ਤੇ ਮੁੰਡੇ ਨਿਆਣੇ ਤੇ ਮੈਨੂੰ ਦੱਸ ਦਿੱਤਾ, ਕਹਿੰਦਾ ਮੰਮੀ ਅੱਜ ਤੇ ਮੈਨੂੰ ਗਾਲ ਵੀ ਕੱਢਦੀ, ਅੱਗੇ ਤੇ ਮਖੌਲ ਕਰਦੇ ਸੀਗੇ। ਨਹੀਂ ਤੁਹਾਡੀ ਜਾਤ ਬਾਰੇ ਵੀ ਬੋਲੇ ਨਾ। ਹਾਂਜੀ ਹਾਂਜੀ ਕਹਿੰਦੇ ਇਹ ਕੰਮ 'ਚ ਹੋ ਗਿਆ ਵੀ ਅੱਗੇ ਤੇ ਨਹੀਂ ਕਦੀ ਇਹਨਾਂ ਨੇ ਕੰਮ ਹੀ ਕੀਤਾ। ਬੀਬੀ ਜੀ ਅਸੀਂ ਤੁਹਾਡੀ ਸਾਰੀ ਵੀਡੀਓ ਸੁਣ ਕੇ ਸਾਰੀ ਲਾਈਵ ਸੁਣ ਕੇ ਇਸ ਜਥੇਬੰਦੀ ਜਿਹੜੀ ਤੁਹਾਡੇ ਕੋਲ ਪਹੁੰਚੀ ਹੈ, ਸਾਰਾ ਆਪਣਾ ਪੱਖ ਜਿਹੜਾ ਜੋ ਤੁਹਾਡੇ ਨਾਲ ਜਾਸਤੀ ਹੋਈ ਹੈ ਉਹਦਾ ਨਿਆਂ ਕਰਨ ਵਾਸਤੇ ਹੀ ਨਿਆਂ ਕਰਾਂਗੇ। ਹਾਂਜੀ ਤੇ ਬੜੇ ਅਮਨ ਸ਼ਾਂਤੀ ਢੰਗ ਨਾਲ ਨਿਆਂ ਕਰਾਂਗੇ, ਕਿਉਂਕਿ ਗੁਰੂ ਸਾਹਿਬ ਦਾ ਜੋ ਅੰਮ੍ਰਿਤ ਹੈ ਨਾ ਕਿ ਕੋਈ ਵੀ ਛਕ ਸਕਦਾ, ਕਿਸੇ ਵੀ ਬਰਾਦਰੀ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ ਹੋਵੇ, ਇੱਥੇ ਕੋਈ ਮਨਾਹੀ ਨਹੀਂ। ਇਹ ਗੁਰੂ ਦਾ ਅੰਮ੍ਰਿਤ ਹੈ। ਮਹਾਰਾਜ ਨੇ ਕਹਿੰਦੇ ਆਪੇ ਗੁਰੂ ਆਪੇ ਚੇਲਾ, ਹਾਂਜੀ ਪੀਓ ਪੌਲ ਖੰਡੇ ਧਾਰ ਹੋਵੇ ਜਨਮ ਸਹਿਲਾ। ਠੀਕ ਹੈ ਜੀ, ਇਹਨੂੰ ਕੋਈ ਵੀ ਪਹਿਨਾ ਸਕਦਾ, ਕੋਈ ਵੀ ਛਕ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਸਾਈਂ ਮੀਆਂ ਮੀਰ ਸਾਈ 4 ਦਰਵਾਜ਼ੇ ਰੱਖੇ, ਹਿੰਦੂ ਆਵੇ, ਮੁਸਲਮਾਨ ਆਵੇ, ਸਿੱਖ ਆਵੇ, ਈਸਾਈ ਆਵੇ, ਉੱਥੇ ਕੋਈ ਮਨਾਹੀ ਨਹੀਂ। ਇਸ ਕਰਕੇ ਸਾਡੀ ਜੋ ਜਥੇਬੰਦੀ ਹੈ, ਜਿੱਥੇ ਵੀ ਕਿਸੇ ਨਾਲ ਧੱਕਾ ਹੁੰਦਾ ਬੇਨਿਆਈ ਹੁੰਦੀ ਹੈ, ਉੱਥੇ ਜਥੇਬੰਦੀ ਜਿਹੜੀ ਹੈ ਉਹ ਖੜਦੀ ਹੈ। ਅੱਜ ਵੀ ਤੁਹਾਡੇ ਨਾਲ ਤੁਹਾਡਾ ਦੁੱਖ ਦਰਦ ਸੁਣਨ ਵਾਸਤੇ ਅਸੀਂ ਆਏ ਹਾਂ। ਜੋ ਵੀ ਤੁਹਾਡੇ ਨਾਲ ਜਾਸਤੀ ਹੋਵੇ ਉਹ ਦੱਸੋ, ਉਹਦੇ ਪ੍ਰਤਾਏ ਉਹਨਾਂ ਕੋਲ ਨਿਆਂ ਲਿਆ ਜਾਵੇਗਾ। ਵਾਹਿਗੁਰੂ ਜੀ ਕਾ ਜਾਂ ਤੇ ਮੇਰੀ ਗਲਤੀ ਹੋਵੇ, ਮੈਂ ਇਹਨਾਂ ਦੇ ਘਰੇ ਲੜਾਈ ਪਹਿਲੇ ਕਰਨ। ਅੱਛਾ ਵਾਹਿਗੁਰੂ ਜੀ, ਉਹ ਤੁਹਾਡੇ ਬਾਅਦ ਦੀ ਗੱਲ ਸੀ ਨਾ ਹਾਂਜੀ ਜਿਹੜਾ ਤੁਹਾਡਾ ਫੈਸਲਾ ਹੋ ਗਿਆ ਹਾਂਜੀ ਵਿੱਚ ਕਹਿੰਦੇ ਪੰਚਾਇਤ ਨੇ ਫੈਸਲਾ ਕੀਤਾ, ਹਾਂਜੀ ਉਹ ਚ ਤੁਸੀਂ ਸੰਤੁਸ਼ਟ ਹੈਗੇ ਕਿ ਨਹੀਂ ਹੈਗੇ? ਜਸ ਜਾਂ ਨੋ ਕਰੋ। ਹਾਂਜੀ ਇਦਾਂ ਨਾ ਜਿਹੜੇ ਮੁੰਡੇ ਨੇ ਗਾਲ ਕੱਢੀ ਆ, ਜਿਹਨੇ ਕਿਹਾ ਜਥੇਦਾਰਾਂ ਦਾ ਸਾਲਾ ਚੂੜਾ ਕਿਹਾ, ਉਹਨੂੰ ਉਹਨਾਂ ਨੇ ਥਾਣੇ 'ਚ ਨਹੀਂ ਬੁਲਾਇਆ, ਹਾਜ਼ਰ ਨਹੀਂ ਹੋਇਆ ਤੁਹਾਡੇ ਸਾਹਮਣੇ। ਹਾਂਜੀ ਮੈਂ ਤੁਹਾਡੇ ਮਨ 'ਚ ਹੈਗਾ ਕਿ ਜਿਹੜਾ ਨੇ ਮੇਰੇ ਇਹ ਗਲਤੀ ਸ਼ੱਕ ਕੀਤੀ ਹੈਗਾ ਹੈ ਵੀ ਯਾਰ ਗਲਤੀ ਜਿਹਨੇ ਕੀਤੀ ਉਹਨੂੰ ਕਿਉਂ ਨਹੀਂ ਹਾਂ, ਬੁਲਾਇਆ। ਉਹਨੇ ਆਪਣੇ ਹਾਜ਼ਰ ਹੋ ਕੇ ਮਾਫੀ ਮੰਗਣੀ ਚਾਹੀਦੀ। ਨਹੀਂ ਤੁਸੀਂ ਇਸ ਫੈਸਲੇ ਤੋਂ ਉਹ ਸੰਤੁਸ਼ਟ ਫੈਸਲਾ ਹੋ? ਜਦੋਂ ਕਰਵਾਇਆ ਮੈਨੂੰ ਕਨਫਿਊਜ਼ ਕਰਤਾ, ਜਿੱਦਾਂ ਮੇਰਾ ਸਰ ਦਰਦ ਕਰਦਾ, ਮੈਂ ਹਸਪੀਟਲ 'ਚ ਜਿਹੜਾ ਫੈਸਲਾ ਕਰਾਇਆ ਪਿੰਡ ਵਾਲਿਆਂ ਨੇ ਜਾਂ ਪੁਲਿਸ ਵਾਲਿਆਂ ਨੇ, ਇਹ ਤੇ ਤੁਸੀਂ ਸੰਤੁਸ਼ਟ ਆ? ਨਹੀਂ ਮੈਂ ਨਹੀਂ ਨਹੀਂ ਸੁਣਦਾ। ਸੁਣਦੇ ਤੁਸੀਂ ਆ ਜਿਹੜੇ ਨਿਹੰਗ ਸਿੰਘ ਆਏ ਆ ਚਲੋ ਮੈਂ ਠੀਕ ਹੈ, ਕਿੰਨੀ ਜਰਾ ਗੁਰਦੁਆਰਾ ਹਾਂਜੀ ਨਹੀਂ ਮੈਂਬਰ ਸਰਪੰਚ ਦਾ ਕੋਈ ਕਸੂਰ ਨਹੀਂ। ਸੇਵਾ ਸੁਧਾਰ ਲਹਿਰ ਤੇ ਜਿਹੜੀ ਸੁਸਾਇਟੀ ਆਈ ਆ, ਹਾਂਜੀ ਸੇਵਾਦਾਰ ਆਏ ਆ, ਤੁਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇੱਥੇ ਆ ਕੇ ਮੇਰੀ ਜਿਹੜੀ ਚੰਗੀ ਬਣਦੀ ਕਾਰਵਾਈ ਕਰਕੇ ਜਾਓ?
ਨਹੀਂ ਇੱਥੇ ਨਹੀਂ ਆਣ ਕੇ ਕੀਤੀ, ਉੱਥੇ ਗਏ। ਤੁਸੀਂ ਲਿਖ ਕੇ ਦਿੱਤੀ ਨਾ, ਤੁਸੀਂ ਲਿਖ ਕੇ ਦਿੱਤੀ ਸੀ ਨਾ? ਕਿਹੜੀ ਦੇ ਤੁਹਾਨੂੰ? ਹਾਂਜੀ, ਹਾਂਜੀ, ਹਾਂਜੀ ਉਹ ਮੈਂ ਹਾਂਜੀ ਗੁਰਦੁਆਰਾ ਗੁਰਦੁਆਰਾ ਸੇਵਾ ਸੁਧਾਰ ਲਹਿਰ। ਹਾਂਜੀ ਹਾਂਜੀ ਉਹ ਮੈਂ ਆਪਣੇ ਹੱਥੀਂ ਲਿਖੀ ਸੀ। ਹਾਂਜੀ, ਉਹ ਆਪਣੀ ਸੰਸਥਾ ਹੈ ਜੀ, ਉਹ ਸੰਸਥਾ ਵੱਲੋਂ ਅਸੀਂ ਆਏ ਆ। ਹਾਂਜੀ ਮੈਂ ਤਾਂ ਸਟੇਟ ਗੁਰਦੁਆਰੇ ਵੀ ਗਈ ਸੀ, ਉਹਨਾਂ ਨੇ ਵੀ ਨਹੀਂ। ਖੁੱਲਾ ਪਾਠ ਰੱਖ ਲਿਆ ਤੇ ਇਹ ਆ ਵੀ ਉਹਨਾਂ ਨੇ ਜਦੋਂ ਛਕੇ ਮੈਂ ਆਖਿਆ ਲਿਆ ਵੀ ਇਹਨਾਂ ਲੀਹ ਬਦਲਤੀ ਪਿੰਡ ਦੀ। ਬਹੁਤ ਚੰਗਾ ਕਰਮ ਕੀਤਾ ਉਹਨਾਂ ਨੇ। ਮੈਂ ਕਿਹਾ ਇਹ ਇੰਨਾ ਚਿਰ ਹੀ ਪਹਿਲਾਂ ਨੇ ਪੁੱਡੇ ਹੁੱਕੇ ਆਕੇ ਪੀਂਦੇ ਇਦਾਂ, ਮੈਂ ਕਿਹਾ ਇਹਨਾਂ ਨੇ ਇੱਕ ਲੀਹ ਬਦਲਤੀ ਪਿੰਡ ਦੀ ਵੀ ਇਹਨਾਂ ਦੱਸ ਦਿੱਤਾ ਨਿਆਣਿਆਂ ਨੇ ਗਾੜੀ ਵੀ ਇਦਾਂ। ਜੇ ਕੋਈ ਸਾਡੇ ਵਾਲੇ ਪਾਸੇ ਆਉਂਦਾ ਹਾਂਜੀ ਹਾਂਜੀ ਉਹਨੂੰ ਆਪਾਂ ਜੋੜਨਾ, ਆਪਾਂ ਤੋੜਨਾ ਨਹੀਂਗਾ। ਹਾਂਜੀ, ਉਹਨੂੰ ਪਿਆਰ ਨਾਲ ਚਲੋ ਉਹਨੇ ਕੀ ਮਾੜਾ ਕਰਮ ਕਰ ਲਿਆ ਵਿਚਾਰੇ ਨੇ, ਜੇ ਗੁਰੂ ਵਾਲਾ ਬਣ ਗਿਆ। ਹਾਂਜੀ ਹਾਂਜੀ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਨੀਂਹ ਪੱਥਰ ਰਖਾਇਆ ਸਾਈਂ ਮੀਆਂ ਮੀਰ ਜੋ ਰਖਾਇਆ ਹਾਂਜੀ ਦਰਬਾਰ ਸਾਹਿਬ ਹਨਾ ਜੀ, ਹਾਂਜੀ ਤੇ ਉਹਨਾਂ ਨੇ ਤਾਂ ਕੋਈ ਵਿਤਕਰਾ ਕੀਤਾ ਹੀ ਨਹੀਂ। ਕੀਤਾ। ਉਹਦਾ ਕਹਿੰਦੇ ਜੀ ਇਹ ਮੁਸਲਮਾਨ ਉਹ ਆਪਣੀ ਕਾਰਵਾਈ ਕਰਨੀ ਹੈ ਕਰ ਲਾ, ਠੀਕ ਹੈ ਨਾ। ਇਹਦੇ ਵਿੱਚ ਅਸੀਂ ਨਹੀਂ ਨਾ ਕਰਨਾ ਕੋਈ ਧੱਕਾ ਕਰਨਾ ਵੀ ਇਹਨਾਂ ਨੂੰ ਰਾਜੀਨਾਮਾ ਕਰ ਚਾਹੇ ਨਾ ਕਰ। ਜੋ ਹੱਥ ਹਾਂ ਤੇ ਜੋ ਆਪਣਾ ਹੱਕ ਜੋ ਆ ਉਹ ਤੂੰ ਕਰ ਲਾ। ਤੇ ਸਾਡੇ ਵੱਲੋਂ ਨਹੀਂ ਵੀ ਕੋਈ ਵੀ ਅਸੀਂ ਤੇਰੇ ਨਾਲ ਕੋਈ ਇਹ ਨਹੀਂ ਕਹਿੰਦੇ ਵੀ ਤੈਨੂੰ ਜਾ ਕੇ ਵੀ ਤੂੰ ਰਾਜੀਨਾਮਾ ਕਰ ਚਾਹੇ ਨਾ ਕਰ, ਠੀਕ ਆ। ਪੁੱਛ ਲਓ ਭਾਵੇਂ ਮੂੰਹ ਤੇ। ਉਹਦਾ ਵਾਹਿਗੁਰੂ ਜੀ ਇਹਨਾਂ ਨੇ ਬੇਨਤੀ ਕੀਤੀ। ਮੈਂਬਰ ਸਾਹਿਬ ਜੀ, ਹਾਂਜੀ। ਤੁਹਾਨੂੰ ਕੀ ਲੱਗਦਾ ਜਿਹੜੇ ਉਹਨਾਂ ਨੇ ਜਾਂ ਅੰਮ੍ਰਿਤ ਬਾਰੇ ਜਾਂ ਕਕਾਰਾਂ ਦੀ ਇਦਾਂ ਕਿਹਾ ਉਹਨਾਂ ਨੇ, ਹਾਂਜੀ। ਇਹ ਗੱਲਾਂ ਜਾਇਜ਼ ਤਾਂ ਨਹੀਂ 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 ਹੈਗੀਆਂ, ਜਾਇਜ਼ ਪਰ ਏਦਾਂ ਹੋਣੀਆਂ ਚਾਹੀਦੀਆਂ। ਬਰਖਲਾਫ ਬੋਲਣ ਦੀ ਗੱਲ ਆ ਤੇ ਇਹ ਚਾਹੀਦੀ ਨਹੀਂ ਉਹਨਾਂ ਨੂੰ ਇਹ ਇਹ ਕਹਿੰਦੇ ਪਏ ਬੋਲਣੀ। ਕਿ ਸਾਡਾ ਪੰਚਾਇਤ ਦਾ ਲਾਂਭਾ ਨਹੀਂ ਆ ਹਾਂਜੀ ਜਿਹੜਾ ਫੈਸਲਾ ਉਹਨਾਂ ਨੂੰ ਛੱਡੋ ਗਏ ਆ। ਹਾਂਜੀ ਹਾਂਜੀ, ਕੋਈ ਤੁਹਾਡੇ ਲੜਕੇ ਨੇ ਕੋਈ ਜਾਗਤੀ ਇਹਨਾਂ ਦੇ ਬੱਚੇ ਨਾਲ ਕੀਤੀ ਆ ਤੇ ਇਹਨਾਂ ਨੇ ਵੀਡੀਓ ਬਣਾ ਕੇ ਵੀ ਸਾਨੂੰ ਪਾਈ ਆ ਵੀ ਜਿਹੜਾ ਫੈਸਲਾ ਹੋਇਆ ਮੈਂ ਸੰਤੁਸ਼ਟ ਨਹੀਂ ਆ ਉਹ ਤੋਂ। ਅਜੇ ਵੀ ਨਹੀਂ ਸੰਤੁਸ਼ਟ। ਉਹ ਕਹਿੰਦੇ ਸਮੇਂ ਤੇ ਦਬਾਅ ਪਾਇਆ ਗਿਆ, ਇਸ ਕਰਕੇ ਮੈਨੂੰ ਨਾਲੇ ਫੈਸਲਾ ਕਹਿੰਦੇ ਕਰਨਾ ਗਲਤੀ ਪਿਆ। ਕੀਤੀ, ਉਹ ਆਪ ਹਾਜ਼ਰ ਨਹੀਂ ਗਈ ਉੱਥੇ। ਤੇ ਨੰਬਰ 2 ਤੇ ਤੁਸੀਂ ਜਿਹੜਾ ਇਹਨਾਂ ਦਾ ਫੈਸਲਾ ਕੀਤਾ ਹੈ ਜੀ, ਉਹ ਕਾਨੂੰਨੀ ਤੌਰ ਤੇ ਕੀਤਾ ਆ। ਹਾਂਜੀ, ਵੀ ਜਿਹੜਾ ਉਹਨਾਂ ਨੂੰ ਕੁੱਟਿਆ ਜਾਂ ਮਾੜੇ ਚੰਗੇ ਲਫ਼ਜ਼ ਆ ਕੇ, ਅਸੀਂ ਇੱਥੇ ਤਾਂ ਆਏ ਆ ਵੀ ਜਿਹੜੇ ਇਹਨਾਂ ਦੇ ਬੱਚੇ ਦੀ ਗਾਤਰੀ ਦੀ ਬੇਅਦਬੀ ਹੋਈ ਆ। ਇੱਕ ਤੁਹਾਡੇ ਲੜਕੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਜਥੇਦਾਰ ਦਾ ਸਾਲਾ, ਤੇ ਸਾਲੇਦਾਰ ਤੋਂ ਤੁਸੀਂ ਸਮਝਦੇ ਆ ਚੰਗੀ ਤਰ੍ਹਾਂ ਵੀ ਸਾਲਾ ਕਿਹਨੂੰ ਕਹੀਦਾ। ਇਕੱਲੇ ਨਾ ਮੂੰਹ ਜੇ ਨਹੀਂ ਕਿਸੇ ਨੇ ਪਤਾ ਲੱਗਾ। ਸ੍ਰੀ ਸਾਹਿਬ ਪਾ ਲਿਆ ਬਾਬਾ ਜੀ, ਸ੍ਰੀ ਸਾਹਿਬ ਅਸੀਂ ਵੀ ਪਾਏ, ਉਹਦਾ ਗੱਲ ਹੀ ਹੈ ਕੋਈ ਹਾਸੇ ਪਾਣੇ ਪਹਿਲਾਂ ਤਾਂ ਕਿ ਜਹੇਦਾਰ ਬਣ ਗਿਆ, ਵਧੀਆ ਗੱਲ ਹੋ ਗਈ। ਤੇ ਇੱਕ ਤੁਸੀਂ ਇੱਕ ਜਾਤੀ ਸੂਚਕ ਸ਼ਬਦ ਵਰਤਿਆ ਗਿਆ ਵੀ ਚੂੜੇ, ਇਹ ਕੰਮਾਂ ਦੇ ਵਿੱਚ ਆ ਗਏ ਵੀ ਪਹਿਲੀ ਵਾਰ ਦੇਖਿਆ ਗਿਆ। ਭਾਈ ਸਾਹਿਬ ਜੀ, ਭਾਈ ਜੈਤਾ ਜੀ ਬਾਰੇ ਸੁਣਿਆ ਆਪ ਜੀ ਨੇ? ਹਾਂਜੀ ਮਜਬੀ ਸਿੰਘ ਸੀਗੇ, ਹਾਂਜੀ ਹਾਂਜੀ ਠੀਕ ਹੈ ਜੀ। ਐਡੀ ਕੁਰਬਾਨੀ ਸੀ, ਆਪਣੇ ਉਹਨਾਂ ਦੇ ਪਿਤਾ ਦੀ ਸ਼ਹੀਦੀ ਹੋ ਗਈ ਉੱਥੇ, ਆਪਣੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਆਪਣੇ ਪਿਓ ਨੂੰ ਭੁਲੇਖਾ ਪਾ ਕੇ ਮਹਾਰਾਜ ਦਾ ਸਰੂਪ ਲੈ ਕੇ ਆਏ ਸੀਸ ਚੱਕ ਕੇ ਅਨੰਦਪੁਰ ਸਾਹਿਬ, ਤੇ ਨਗਰੇਟਾ ਗੁਰੂ ਦਾ ਬੇਟਾ ਉਹਨਾਂ ਨੂੰ ਖਿਤਾਬ ਮਹਾਰਾਜ 10ਵੇਂ ਪਾਤਸ਼ਾਹ ਨੇ ਦਿੱਤਾ। ਉਹ ਕੌਣ ਸੀਗੇ? ਮਜਬੀ ਸਿੰਘ ਸੀਗੇ, ਨਹੀਂ ਜਿਹਦੇ ਅੰਦਰ ਕੋਈ ਭਾਵਨਾ ਜਾਗ ਜਾਵੇ। ਹਾਂਜੀ ਗੁਰੂ ਸਾਹਿਬ ਨੇ ਤੇ ਇੱਕ ਹੀ ਬਣਾਏ ਤੇ ਫਿਰ ਤੁਹਾਡੇ ਬੱਚੇ ਵੱਲੋਂ ਜਾਂ ਤੁਹਾਡੇ ਨਗਰ ਵੱਲੋਂ ਉਹਨਾਂ ਨੂੰ ਕਿਉਂ ਜਾਤੀ ਸੂਚਕ ਲਫ਼ਜ਼ ਬੋਲੇ ਜਾ ਰਹੇ ਜੀ? ਗੱਲ ਖਾਲਸਾ ਜੀ ਛੋਟੀ ਹੀ ਬਣ ਵੱਡੀ ਗਈ ਹੈ। ਨਹੀਂ, ਕਈ ਹੈਗੀ ਤੁਹਾਡੇ ਬੱਚੇ ਨੇ ਗੱਲ, ਕਈ ਆ, ਮੈਂ ਕਿਉਂ ਝੂਠ ਬੋਲਾਂ। ਇਹ ਤੁਹਾਨੂੰ ਪਤਾ ਵੀ ਜੇ ਆਪਾਂ ਸਰਕਾਰੀ ਤੌਰ ਤੇ ਬਾਅਦ ਚ ਕਈ, ਸੁਣੋ ਮੇਰੀ ਪਹਿਲਾਂ ਗੱਲ। ਨਹੀਂ ਕਈ, ਚਲੋ ਬਾਅਦ ਤੁਸੀਂ ਜਦੋਂ ਤੂੰ ਇਹ ਗੱਲ ਮੈਂ ਹੋਈ ਉਦੋਂ ਚਲੋ ਤੁਹਾਨੂੰ ਇਸ ਗੱਲ ਚੁੱਕ ਚੁੱਕ ਬੱਚੇ ਨੂੰ ਵੀ ਮੋਹਰੇ ਕਰਦੀ ਇਹ ਲੈ ਮਾਰੋ ਇਹਦੇ ਮਾਰੋ ਇਹ ਬਾਬਾ ਜੀ ਪਹਿਲਾਂ ਮੇਰੀ ਬੇਨਤੀ ਸੁਣ ਲਓ। ਤੁਸੀਂ ਤੁਹਾਨੂੰ ਇਹ ਗੱਲ ਦਾ ਸਾਡੇ ਪਤਾ, ਕੈਮਰੇ 'ਚ ਵੀ ਹੈਗਾ। ਤੁਹਾਨੂੰ ਇਸ ਗੱਲ ਦਾ ਪਤਾ ਵੀ ਜਦੋਂ ਆਪਾਂ ਕਿਸੇ ਦੀ ਜਾਤੀ ਨੂੰ ਕਹਿ ਕੇ ਬੁਲਾ ਕੇ ਸੱਦੀਏ ਤੇ ਇਹ 295 ਲੱਗਦੀ ਆ। ਹਾਂਜੀ 6 ਮਹੀਨੇ ਦੀ ਕੈਦ। 6 ਮਹੀਨੇ ਦੀ ਕੈਦ ਬਿਨਾਂ ਜਮਾਨਤ ਤੋਂ। ਤੁਹਾਨੂੰ ਪਤਾ ਇਹ ਗੱਲ ਦਾ? ਹਾਂਜੀ ਜੇ ਸਤਿਗੁਰ ਨੇ ਸਾਨੂੰ ਜੱਟਾਂ ਦੇ ਘਰ ਦੇ ਵਿੱਚ ਪੈਦਾ ਕਰ ਦਿੱਤਾ ਤਾਂ ਮਤਲਬ ਵੀ ਕਿ ਆਪਾਂ ਜਿਹੜੀਆਂ ਛੋਟੀਆਂ ਜਾਤੀਆਂ ਵਾਲੇ ਨੂੰ, ਇਹ ਫਿਰ ਜੋ ਰਵਿਦਾਸ ਮਹਾਰਾਜ ਦਾ ਸਮਾਂ ਸੀਗਾ, ਇਹ ਉਹ ਸਮਾਂ ਆ ਗਿਆ ਜੀ ਹੁਣ ਫਿਰ। ਬਈ ਇਹ ਕੋਈ ਛੋਟੀ ਜਾਤੀ ਦਾ ਉਹਨੂੰ ਚੂੜੇ ਕਹਿ ਕੇ ਬੁਲਾ ਲਓ, ਕੋਈ ਛੋਟੀ ਜਾਤੀ ਉਹਨੂੰ ਚਮਾਰ ਕਹਿ ਕੇ ਬੁਲਾ ਲਓ, ਵੀ ਜਾਤੀਆਂ ਦੇ ਬਹੁਤ ਵੱਡੇ ਆ ਇਹ। ਕਿ ਲੈ ਵੀ ਹੁਣ ਚੂੜੇ ਵੀ ਅੰਮ੍ਰਿਤ ਛਕਣ ਲੱਗ ਪਹਿਲਾਂ ਤੇ ਨਹੀਂ, ਮੈਨੂੰ ਲਾਮਾ ਦਿੱਤਾ। ਇਹ ਬਾਬਾ ਜੀ ਗੱਲ ਗਲਤ ਆ। ਤੁਸੀਂ ਏਦਾਂ ਕਰੋ, ਮੇਰੀ ਵੀ ਗੱਲ ਸੁਣ ਲਓ, ਆਪਣੇ ਸਿੰਘ ਲਿਆਓ 5-4 ਕੱਪ ਬਹਿ ਕੇ ਗੱਲ ਗੁਰਮਤਿ ਕਹਾਂ ਪਾਣੀ ਖੜ ਇਹਨਾਂ ਨੇ ਪੁੱਛ ਲਓ, ਮੈਂ ਇਹਨਾਂ ਨੂੰ ਲਾਮਾ ਦਿੱਤਾ। ਮੈਨੂੰ ਲਾਮਾ ਦਿੱਤਾ, ਇਹਨਾਂ ਨੂੰ ਪੁੱਛੋ ਨਾ ਪਹਿਲਾਂ। ਜਦ ਮੈਂ ਲੜਾਈ ਕੀਤੀ ਹੋਈ ਨਹੀਂ ਲੜਾਈ ਨਹੀਂ ਮੰਗਤ ਰਾਮ ਕੋਣਾ, ਜਿਹੜਾ ਮੰਗਤ ਰਾਮ ਕਹਿੰਦੇ ਸੀ। ਮੰਗਤ ਰਾਮ ਜੀ ਨੇ ਬੋਲਿਆ ਵਾ ਇੱਥੇ ਮਾਫੀ ਮੰਗਣ, ਗੱਲ ਖਤਮ ਆ। ਉਹ ਆ ਗਏ ਇੱਥੇ ਜੀ ਲਿਖਤੀ ਰੂਪ ਦੇ ਵਿੱਚ ਤੇ ਵੀਡੀਓ ਦੇ ਵਿੱਚ ਮਾਫੀ ਮੰਗ ਲਵੇ ਮੁੰਡਾ ਵੀ ਮੇਰੇ ਤੋਂ ਹੋ ਗਈ ਗਲਤੀ, ਗੱਲ ਖਤਮ। 5 ਪਿਆਰੇ ਇੱਥੇ ਬਿਠਾਵਾਂਗੇ, ਉਹਨਾਂ ਤੋਂ ਲਵਾਵਾਂਗੇ ਤਨਖਾਹ। ਥਾਣੇ ਤੇ ਨਜ਼ਰ ਕਿੱਦਾਂ ਉਹ ਇੱਥੇ ਲਾਵੇ ਤਨਖਾਹ, ਗੁਰੂ ਸਾਹਿਬ ਨੂੰ ਜਾਤੀ ਪਾਤੀ ਖਤਮ ਅੱਜ ਤੇ ਵਾਹਿਗੁਰੂ ਜੀ ਇਹਨਾਂ ਨੇ ਗਾਤਰ ਨੂੰ ਹੱਥ ਪਾਇਆ, ਕਰ ਜਿਹੜਾ ਮਰਜ਼ੀ ਪਾਈ ਜਾਊਗਾ। ਮਰਜ਼ੀ ਪਾਈ ਇਹ ਨੱਤ ਪਾਉਣ ਵਾਲਾ ਹਿਸਾਬ ਹੋਵੇ ਜੀ। ਅਸੀਂ ਇਹ ਮਾੜਾ ਤਾਂ ਨਹੀਂ ਕੰਮ ਕਹਿੰਦੇ, ਅਸੀਂ ਤਾਂ ਆਪ ਅਸੀਂ ਜੇ ਕੋਈ ਸਾਡੀ ਜਥੇਬੰਦੀ 'ਚ ਗੁਰੂ ਵਾਲਾ ਬਣਿਆ, ਸਾਨੂੰ ਖੁਸ਼ੀ ਹੋਣੀ ਚਾਹੀਦੀ। ਹੋਣੀ ਚਾਹੀਦੀ ਹੈ। ਤੇ ਜੇਕਰ ਤੁਹਾਡੇ ਨਾਲ ਕੋਈ ਜੁੜਿਆ ਉਹਨੂੰ ਤੋੜੀਏ। ਸਾਡੀ ਸਾਡੀ ਤਾਂ ਇਹ ਬੇਨਤੀ ਹੈ, ਜੋ ਹੋਇਆ ਬਹੁਤ ਮਾੜਾ ਹੋਇਆ, ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਬਾਬਾ ਜੀ ਇੱਕ ਬੇਨਤੀ ਸੁਣਿਓ ਲਹਿਰ ਵੱਲੋਂ, ਭਗਤ ਸ਼੍ਰੋਮਣੀ ਤਰਨਾ ਦਲ ਵੱਲੋਂ ਇਹ ਬੇਨਤੀ ਸਾਡੀ, ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੋ ਤੇ ਬੜੇ ਪਿਆਰ ਨਾਲ, ਬੜੇ ਸਲੂਕ ਨਾਲ,
ਕਹਿੰਦੇ ਨੇ ਸੇਰ ਦਾ ਭੁੱਲਿਆ ਹਾਂਜੀ ਧਰਮ ਨੂੰ ਸ਼ਾਮ ਨੂੰ ਆ ਜਾਏ ਤੇ ਉਹਨੂੰ ਭੁੱਲਿਆ ਨਹੀਂ ਜਾਣਾ। ਸਹੀ ਗੱਲ ਹੈ ਜੀ। ਇਸ ਕਰਕੇ ਅਸੀਂ ਇੱਕ ਪਰਿਵਾਰ ਆ, ਹਾਂਜੀ ਤੁਸੀਂ ਸਾਰਿਆਂ ਨੇ ਇਸ ਨਗਰ 'ਚ ਰਹਿਣਾ, ਅਸੀਂ ਤੇ ਚਲੇ ਜਾਣਾ ਇੱਥੋਂ, ਹਾਂਜੀ ਹਾਂਜੀ ਹਨਾ ਜੀ। ਪਰ ਆਪਾਂ ਏਕਤਾ ਜਾਈਏ ਸਾਰੇ, ਜ਼ਰੂਰੀ ਅੱਜ ਲੋੜ ਸਾਨੂੰ। ਆ ਵੇਖੋ ਕਿੰਨੀ ਮਾਰ ਪਈ ਸਾਨੂੰ ਜ਼ਿਮੀਂਦਾਰਾਂ ਨੂੰ, ਜੇ ਦੁਨਿਆਵੀ ਗੱਲ ਤੇ ਜਾਈਏ ਹਾਂਜੀ ਹਾਂਜੀ ਇਹ ਸਾਡੀ ਆਪੋ ਦਾ ਇਹ ਸਾਰੇ ਦੇ ਪੈਂਦੀ ਆ ਸਰ ਹਨਾ ਜੀ। ਜੋ ਇਸ ਤਰ੍ਹਾਂ ਹੀ ਗਲੀ ਚੜਾ ਮੈਂ 1 ਘੰਟਾ ਨਹੀਂ ਹੋਇਆ, ਮੈਂ ਕਹਿੰਦੀ ਕਿ ਇਦਾਂ ਇਹ ਮੁੰਡਾ ਮੋਰੇ ਬੋਲ ਪਏ ਨੇ, ਇਹੋ ਗੱਲ ਕਹੀ ਵੀ ਮੁੰਡਾ ਨਾ ਮੋਰੇ ਬੋਲੇ ਤੇ ਉਲਟ ਬੋਲ ਮੁੰਡਾ ਨਾ ਬੋਲ ਜੇ। ਇਹਨਾਂ ਨੂੰ ਕਿਹਾ ਵੀ ਮੁੰਡੇ ਨੂੰ ਕਿਹਾ ਨਾ ਕਰਨ ਕੁਝ। ਮੈਂ ਕਿਹਾ ਚਲੋ ਹਾਸੇ ਪਾਣੀ ਕੁਝ ਕਹਿ ਤਾ ਮੈਂ ਕਹਿ ਦੂੰਗਾ ਨਹੀਂ ਕੁਝ ਨਹੀਂ। ਪਰ ਉਹ ਤੁਹਾਡੇ ਕਹਿਣ ਦੇ ਬਾਵਜੂਦ ਉਹਨਾਂ ਨਹੀਂ ਨੇ ਮੈਂ ਤੇ ਕਿਹਾ ਵੀ ਨਹੀਂ, ਉਹ ਤੇ ਮੈਨੂੰ ਟੱਕਰ ਹੀ ਨਹੀਂ ਤੇ ਇਹ ਪਹਿਲਾਂ ਚੱਲ ਗਈ ਉੱਥੇ। ਜੇ ਗੁਰਦੁਆਰੇ ਚ ਇਹਨਾਂ ਦੇ ਹੱਥ ਬੈਠੇ ਜਿਹਨੇ ਚੱਕਿਆ, ਨਹੀਂ ਵੀਰੇ ਨੇ ਮਾਰਨਾ ਚੱਕਿਆ ਤਾਂ ਉਹਦੇ ਮੁੰਡੇ ਨੂੰ ਗਾਲ ਕੱਢੀ ਜਿਹਨੇ ਤੇ ਮੁੰਡਾ ਮੇਰੇ ਕੋਲ ਜਾ ਕੇ ਸ਼ਿਕਾਇਤ ਗਿਆ ਲਾਉਣ। ਨਹੀਂ ਉੱਥੇ ਕੀ ਹੋਇਆ ਬਾਬਾ ਜੀ, ਇੱਥੇ ਪਤਾ ਕੀ ਗੱਲ, ਦੇਖੋ ਸੱਚ ਦੀ ਗੱਲ ਕਰਨੀ, ਜੋ ਸਾਡੇ ਸਾਹਮਣੇ ਆਇਆ ਥੋੜੇ ਦੇਰ ਬਾਅਦ ਕਹਿੰਦੇ ਸਾਡੇ ਘਰ ਲਾਮਾ ਲੈ ਕੇ ਉਦੋਂ ਬਾਅਦ ਸਾਡੇ ਗੱਲ ਪੈ ਬੰਦਾ ਕੱਢਣ ਦਾ ਪੜਾ ਜਾ ਕੇ ਅਸੀਂ ਜਦੋਂ ਲਾਮਾ ਦੇ ਕੇ ਆਏ, ਲਾਮੇ ਤੋਂ ਬਾਅਦ ਚ ਸਾਡੇ ਗੱਲ ਪਏ ਨੇ। ਨਹੀਂ ਨਹੀਂ ਅੱਜ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਤੇ ਚੱਲ ਮਗਰੇ ਮੇਰੇ ਚੱਲ ਗਈ ਇਹ। ਹੁਣ ਝੂਠ ਮਾਰਨੇ ਤੇ ਮਰਜ਼ੀ ਕਹੀ ਜਾਵੇ, ਆਪਾਂ ਨੂੰ ਨਹੀਂ ਲੈ ਸਕਦੇ। ਫਿਰ ਉਹਨਾਂ ਨੇ ਨਹੀਂ ਹੱਥ ਕਿਹਨੇ ਚੱਕਿਆ, ਕਿਹੜੇ ਬੰਦੇ ਨੇ, ਕੀ ਨਾਮ ਦਾ? ਉਹ ਵੀ ਹੱਥ ਤਾਂ ਚੱਕਿਆ ਜੀ ਇਹਨੇ, ਇਹਨਾਂ ਦੀ ਲੜਾਈ ਵੀ ਅੱਗੇ ਝਗੜਾ ਸੀ ਉਹਨਾਂ ਮਜਬੀ, ਉਹ ਵੀ ਮਜਬੀ ਸਿੰਘ ਹੀ ਆ। ਨਹੀਂ ਹੈ ਕੀ ਨਾਮ ਕੀ ਉਹਦਾ? ਆਪਣਾ ਜਗੀਰਾ ਵੀਰੇ ਨੇ ਚੱਕਿਆ? ਹਾਂ ਉਹਨਾਂ ਨੇ ਇਹਨੇ ਕਿਹਾ ਉਹਦੇ ਡੈਡੀ ਨੂੰ ਕਿਹਾ, ਮੈਂ ਡੈਡੀ ਦੇ ਉੱਤੇ ਬੈਠਾ ਵਾ। ਸਰਜੀਤ ਸਿੰਘ ਕੌਣ ਆ? ਸਰਜੀਤ ਉਹਦਾ ਪੇ ਆ। ਉਹਨੇ ਵੀ ਚੱਕਿਆ? ਨਹੀਂ ਉਹਨੇ ਨਹੀਂ ਚੱਕਿਆ, ਉਹਨੇ ਹੀ ਮਾਰਿਆ ਇਹ ਤਾਂ ਉਹਨਾਂ ਦੀ ਪਾਰਟੀ ਚ ਰਲਿਆ ਪਿਆ, ਇਹਨਾਂ ਨੇ ਤਾਂ ਕਹਿਣਾ ਹੀ ਆ। ਜੋ ਹੋਇਆ ਸੀ ਮੈਂ ਤਾਂ ਉਹ ਕਹਿੰਦਾ, ਮੈਂ ਆਪਦਾ ਵੀ ਦੱਸਦਾ ਉਹਨੂੰ ਵੀ ਦੱਸਦਾ। ਤੂੰ ਹੁਣ ਮੇਰਾ ਤੂੰ ਕੱਲਾ ਵੀ ਝੂਠੀ ਮਾਰੀ ਜਾਂਦੇ। ਮੈਂ ਮੁੰਡੇ ਦਾ ਝੂਠ ਨਹੀਂ ਬੋਲਿਆ, ਮੈਂ ਕੱਲ ਵੀ ਸਹਿਮਤ ਗੱਲ ਮੈਂ ਸੱਚੀ ਸੰਧਿਆ ਤੇ ਸਹਿਮਤ ਆ? ਨਹੀਂ ਮੈਂ ਸਹਿਮਤ ਨਹੀਂ ਹੈਗੀ, ਕਿਉਂਕਿ ਉਹਨੂੰ ਜਿੰਨਾ ਚਿਰ ਸਰਜੀਤ ਨੂੰ ਜਿਹਨੇ ਗਾਲ ਕਿਹਾ ਵਾ, ਜਥੇਦਾਰ ਦਾ ਸਾਲਾ ਮਾੜੇ ਸ਼ਬਦ ਬੋਲੇ ਆ ਸਿੱਖੀ ਬਾਰੇ, ਉਹਨੂੰ ਤੇ ਲੈ ਕੇ ਨਹੀਂ ਆਂਦਾ ਥਾਣੇ 'ਚ। ਤੇ ਬਾਹਲਾ ਤੇ ਜਿੱਦਾਂ ਜਿਹੜਾ ਨਹੀਂ, ਜੇ ਉਹ ਅੱਜ ਇੱਥੇ ਆਪਾਂ ਸੱਦ ਲੈਂਦੇ ਆ। ਪਿਆ ਸੀ ਬਹੁਤ ਜ਼ਿਆਦਾ, ਮੈਂ ਡਰੀ ਹੋਈ ਸੀ। ਜੇ ਆਪਾਂ ਉਹਨੂੰ ਇੱਥੇ ਸੱਦ ਕੇ ਉਹ ਗੁਰੂ ਸਾਹਿਬ ਦੇ ਹਜ਼ੂਰ ਦੇ ਵਿੱਚ ਕਹਿ ਦੇਵੇ ਮੇਰੇ ਤੋਂ ਗਲਤੀ ਹੋ ਗਈ ਆ, ਫੇਰ ਹਾਂਜੀ ਠੀਕ ਹੈ ਬਾਬਾ ਜੀ, 5 ਸਿੰਘ ਉਹਨੂੰ ਤਨਖਾਹ ਲਾ ਕੇ ਜਾਓ, ਜੋ ਵੀ ਸਦਾ 21 ਦਿਨ ਚਾਹੇ ਜੋੜੇ ਝਾੜੇ, ਚਾਹੇ ਆਪਦੀ ਸੇਵਾ ਕਰੇ ਗੁਰੂ ਘਰ ਦੀ। ਕਿਉਂਕਿ ਕਕਾਰ ਨੂੰ ਬਾਬਾ ਜੀ ਤੁਹਾਨੂੰ ਵੀ ਪਤਾ, ਤੁਸੀਂ ਅੰਮ੍ਰਿਤਧਾਰੀ ਜੇ, ਆਪਾਂ ਕਕਾਰ ਨੂੰ ਮਾੜਾ ਨਹੀਂ ਕਹਿ ਸਕਦੇ ਕਿਸੇ ਨੂੰ। ਜੇ ਕੋਈ ਬੰਦੇ ਨੇ ਗੁਰਸਿੱਖ ਨੇ ਅੰਮ੍ਰਿਤ ਛਕ ਹੀ ਲਿਆ, ਕੀ ਪਤਾ ਉਹਦੇ ਮਨ ਦੀ ਭਾਵਨਾ ਕੀ ਆ ਜਿਹਨੇ ਅੰਮ੍ਰਿਤ ਛਕਿਆ। ਐਡੀ ਛੋਟੀ ਉਮਰ ਦੇ ਵਿੱਚ ਪਤਾ ਨਹੀਂ ਉਹਨੂੰ ਕੀ ਦੱਸਿਆ। ਕਈ ਵਾਰ ਚਿੱਟੀਆਂ ਦਾੜੀਆਂ ਹੋ ਜਾਂਦੀਆਂ ਤੇ ਕਿਸੇ ਦਾ ਧਿਆਨ ਨਹੀਂ ਜਾਂਦਾ ਅੰਮ੍ਰਿਤ ਛਕਣ ਬਾਰੇ। ਜੋ 12 ਸਾਲ ਦੇ 13 ਸਾਲ ਦੇ ਨੇ ਛਕ ਲਿਆ, ਤੇ ਮਤਲਬ ਇਹਦਾ ਮਤਲਬ ਉਹਨੂੰ ਕੁਝ ਨਾ ਕੁਝ ਦੱਸਿਆ ਗੁਰਸਿੱਖੀ ਦੇ ਵਿੱਚ, ਗੁਰੂ ਸਾਹਿਬ ਦੀ ਉਹਨੂੰ ਕੋਈ ਸੋਝੀ ਆਈ ਸੋਝੀ ਆਈ ਆ। ਪਰ ਜੇ ਹੁਣ ਜਿਹਨੇ ਛਕ ਲਿਆ, ਜੇ ਉਹਨੂੰ ਜੀ ਪਿੰਡ ਵਾਲੇ ਜਾਂ ਐਕਸੈਪਟ ਨਾ ਕਰਨ ਜਾਂ ਉਹਨਾਂ ਦੇ ਬੰਦੇ ਐਕਸੈਪਟ ਨਾ ਕਰਨ, ਉਹ ਬੱਚੇ ਦਾ ਮਨ ਤਾਂ ਟੁੱਟੂਗਾ। ਤੇ ਜੇਕਰ ਉਹ ਅੱਜ ਗੁਰਸਿੱਖੀ ਲੈਣ ਦੇ ਵਿੱਚ ਆਇਆ, ਪਤਾ ਨਹੀਂ ਉਹਨੇ ਕਿੰਨੇ ਕੁ ਨੂੰ ਜੋੜ ਦੇਣਾ। ਬਾਬਾ ਜੀ ਫਿਰਦਾ ਕਿਸੇ ਦਾ ਪੁੱਛ ਲਓ ਭਲਾ, ਪਿੰਡ ਦੇ ਸਾਰੇ ਦੇਖਦੇ ਵੀ ਕਦੀ ਉਹਨੇ ਕਦੀ ਨਹੀਂ ਇਦਾਂ ਕਦੀ ਕਿਸੇ ਨੂੰ ਵੀ ਮਾੜਾ ਬੋਲਿਆ, ਪੁੱਛ ਲਓ ਇਹਨਾਂ ਨੂੰ। ਪਿੰਡ ਦੇ ਪੰਚਾਇਤ ਵੀ ਬੈਠੀ, ਸਾਰੇ ਬੈਠੇ। ਤੁਹਾਡਾ ਲੜਕਾ ਕਿੱਥੇ ਗਿਆ ਜੀ ਹੁਣ? ਝੋਨਾ ਵੱਢਣ ਗਿਆ। ਹਾਂਜੀ, ਕਿ ਮੈਂ ਕਿਹਾ ਬਾਬਾ ਜੀ ਸਰਜੀਤ ਨਹੀਂ ਗਾ ਗਿਆ, ਹਰਜੀਤ ਗਿਆ ਵਾ। ਪਤਾ ਨਹੀਂ ਮੈਨੂੰ, ਮੈਂ ਕਿਹਾ ਹਰਜੀਤ ਗਿਆ ਵਾ, ਮੈਨੂੰ ਪਤਾ ਸ਼ਹਿਰ ਗਿਆ। ਸ਼ਹਿਰ ਨੂੰ ਗਏ ਹੋਏ ਆ, ਮੈਂ ਦੇਖਿਆ। ਹਾਂ ਉਹ ਤਾਂ ਸ਼ਹਿਰ ਗਿਆ ਸੀ ਜੀ ਹਰਜੀਤ ਸਿੰਘ। ਜਿਹਨੇ ਮੇਰੇ ਮਾਰਿਆ ਸੀ। ਤੁਸੀਂ ਫੋਨ ਕਰੋ ਆਪਣੇ ਲੜਕੇ ਨੂੰ। ਤੋ ਇਹਨੇ ਨਾ ਮੇਰੇ ਲੜਕੇ ਨੂੰ ਕਿਹਾ ਵਾ ਵੀ ਇਹ ਕਦੇ ਸਾਡੀ ਨਾ ਅੱਗੇ 10 ਸਾਲ ਦੇ ਗੁੱਸੇ ਨਰਾਜ਼ ਹੋਈ ਹੋਈ ਆ। 10 ਸਾਲ ਦੇ ਗੁੱਸੇ ਨਰਾਜ਼ ਹੋਏ ਆ ਤੇ ਇਸ ਮੁੰਡੇ ਦੇ ਨਾਲ ਇਹ ਬੋਲਦੀ ਸੀ, ਇਹਨਾਂ ਦੇ ਬੇਟੇ ਦੇ ਨਾਲ। ਮੁੰਡੇ ਮੇਰੇ ਨੇ ਹਟਾਇਆ ਵੀ ਚਲੋ ਭਾਬੀ ਤੂੰ ਹੀ ਚੱਲ ਘਰ ਨੂੰ, ਵੀ ਨਹੀਂ ਬੋਲੀਦਾ ਹੁੰਦਾ, ਵੀ ਬੱਚਿਆਂ ਨੇ ਜਾ ਰੋਟੀ ਪਾਣੀ। ਜੇ ਉਹਨਾਂ ਨੇ ਗੱਲ ਕਹਿ ਵੀ ਦਿੱਤੀ ਹੋਊਗੀ ਤਾਂ ਨਹੀਂ ਮੁੜ ਕੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ। ਇਹ ਨਾ ਚੁੱਕ ਕੇ ਮੁੰਡਾ ਉਹਦੇ ਗਾੜੀ ਸਿੱਟਣ ਡਈ, ਮੁੰਡਾ ਉਹਦੇ ਗਾੜੀ ਸਿੱਟਦੀ, ਤੈਨੂੰ ਨਾ ਮਿਹਨਤ ਮਾਦਰ ਕਰਕੇ ਤੇ ਤੋੜ ਦਿੱਤਾ ਘਰ ਨੂੰ, ਵੀ ਤੂੰ ਜਾ ਭਾਬੀ। ਮੰਮੀ ਇਹਨੂੰ 2 ਵਾਰ ਕਿਹਾ ਪੁੱਤ ਤੂੰ ਜਾ, ਵੀ ਜਾ ਬੋਲੀਦਾ ਨਹੀਂ ਹੁੰਦਾ, ਵੀ ਘਰ ਨੂੰ ਚੱਲ। ਹੈਲੋ ਇਹ ਨਾ ਉਰਾਂ ਜਾ ਕੇ ਇਹਨਾਂ ਦੇ ਘਰ ਲੱਗ ਗਿਆ ਤੇ ਫੇਰ ਚਲੀ ਗਈ। ਤੇ ਕਹਿੰਦੀ ਜਾ ਕੇ ਉਹਦੇ ਡੈਡੀ ਨੂੰ ਕਹਿੰਦੀ ਆ ਵੀ ਅੱਗੇ ਤੁਸੀਂ ਨਾ ਉਹਨੂੰ ਕੁੱਟ ਕੇ ਤੇ ਬਚ ਗਏ ਆ, ਤੇ ਹੁਣ ਕਹਿੰਦੀ ਵੀ ਤੇਰੀ ਦਾੜੀ ਦਾ ਵਾਲ ਨਾ ਮੈਂ ਚਿੱਟੀ ਦਾ ਕੀਤਾ, ਗੁੰਡ 'ਚ ਨਾ ਦਾੜੀ ਦੇਤੀ। ਇਹਨੇ ਇਹ ਗੱਲ ਕਹੀ ਆ। ਬਾਬਾ ਜੀ ਤੇ ਇਹਨੂੰ ਗੁਰਦੁਆਰੇ 'ਚ ਬਹਿ ਕੇ ਝੂਠ ਮਾਰਨ ਡਈ ਹੋਈ ਜਨਾਨੀ। ਤੁਸੀਂ ਆਪਾਂ ਤੁਹਾਨੂੰ ਜਦੋਂ ਪੁੱਛਾਂਗੇ ਤੁਸੀਂ ਉਦੋਂ ਬੋਲਣਾ ਬੱਚਾ। ਤੇ ਇਸ ਗੱਲ ਤੋਂ ਨਾ ਇਹ ਫੇ ਨਾ ਇਹਨੇ ਮੁੰਡੇ ਨੇ ਕਿਹਾ ਵੀ ਭਾਬੀ ਅਕਲ ਨਾ ਬੋਲੀਦਾ। ਇਹਨੇ ਮੁੰਡੇ ਦੇ ਗਲੱਥਾ ਮਾਰਿਆ, ਗਲੱਥਾ ਮਾਰ ਕੇ ਤੇ ਮੁੰਡੇ ਨੂੰ ਪਰਾਂ ਸੱਟਿਆ, ਮੁੰਡੇ ਨੇ ਵੀ 2 ਗਲੱਥੇ ਦੇ ਮਾਰ ਦਿੱਤੇ। ਆਹ ਗੱਲ ਹੋਈ ਆ। ਗੁਰੂ ਘਰ ਵਿੱਚ ਬਹਿ ਕੇ ਅਸੀਂ ਨਾ ਝੂਠ ਮਾਰਨਾ ਹੀ ਆ ਤੇ ਨਾ ਮਾਰਨ ਦੀ ਲੋੜ ਆ, ਜਿਹੜਾ ਫੇ ਕਰੂ ਸੋ ਭਰੀ ਜਾਊਗਾ। ਹਾਂ ਗੱਲ ਹੋਈ ਆ। ਉਹ ਸਾਡਾ ਮਸਲਾ ਨਹੀਂ ਹੈ। ਅਸੀਂ ਮਸਲੇ ਤੇ ਆਏ ਆ ਵੀ ਜਿਹੜਾ ਗਾਤਰੇ ਪਾਏ ਨੂੰ ਸਿੰਘ ਨੂੰ ਕਹਿਤਾ ਜਥੇਦਾਰ ਦਾ ਸਹਾਰਾ, ਇੱਕ ਅੰਮ੍ਰਿਤਧਾਰੀ ਦੇ ਕਕਾਰਾਂ ਦੀ ਕੀਤੀ ਬੇਇੱਜ਼ਤੀ, ਇੱਕ ਜਾਤੀ ਸੂਚਕ ਸ਼ਬਦ ਬੋਲਿਆ ਗਿਆ ਵੀ ਜਿਹੜੇ ਚੂੜੇ ਆ ਉਹ ਅੰਮ੍ਰਿਤ ਕਿਵੇਂ ਛੱਡ ਸਕਦੇ ਆ। ਅਸੀਂ ਇਸ ਮਸਲੇ ਤੇ ਇੱਥੇ ਆਏ ਆ
ਜਿਹੜਾ ਤੁਹਾਡਾ ਤੁਸੀਂ ਸਿਰ ਪਾੜ ਕੇ ਇੱਕ ਦੂਜੇ ਦਾ ਮਰ ਜਾਓ, ਸਾਨੂੰ ਨਹੀਂ ਉਹਨਾਂ ਮਤਲਬ ਕੋਈ ਵੀ। ਇਹ ਗਲਤ ਗੱਲ ਹੈ ਕਿਉਂਕਿ ਤੁਹਾਡੇ ਪਿੰਡ ਦਾ ਮਸਲਾ ਉਹਨੂੰ ਲਿਖਤੀ ਰੂਪ ਦਿਓ, ਪੰਚਾਇਤ ਲਵਾਓ, ਉਹਨਾਂ ਦੀ ਗੱਲ ਖਤਮ। ਸਰਪੰਚ ਕਰੂਗਾ ਫੈਸਲਾ। ਅਸੀਂ ਇਹ ਫੈਸਲਾ ਤੇ ਨਹੀਂ ਆਏ, ਅਸੀਂ ਫੈਸਲੇ ਆਏ ਆ ਧਾਰਮਿਕ ਫੈਸਲੇ ਤੇ, ਤਾਂ ਗੁਰੂ ਘਰ ਬੈਠੇ ਆ ਅਸੀਂ ਵੀ ਜਿਹੜਾ ਬੱਚਾ ਇੱਕ 15 ਸਾਲ ਦਾ 10 ਸਾਲ ਦਾ ਜਿਹੜਾ ਅੰਮ੍ਰਿਤ ਜੀ ਨੇ ਛਕਿਆ, ਉਹਦੇ ਮਨ ਤੇ ਕਿੱਡੀ ਸੱਟ ਵੱਜੀ ਹੋਣੀ ਆ ਵੀ ਮੈਂ ਅੰਮ੍ਰਿਤ ਛਕ ਕੇ ਕਿਤੇ ਸੋਚਦਾ ਹੁਣ ਮੈਂ ਗਲਤੀ ਤਾਂ ਨਹੀਂ ਕਰ ਲਈ ਕਿਤੇ, ਵੀ ਕਿਤੇ ਅੰਮ੍ਰਿਤ ਛਕ ਕੇ ਮੈਂ ਗਲਤੀ ਤਾਂ ਨਹੀਂ ਕਰ ਲਈ, ਜਿਹੜੇ ਲੋਕੀ ਮੈਨੂੰ ਇਦਾਂ ਕਰਨ ਲੱਗ ਗਏ ਆ। ਅੰਮ੍ਰਿਤ ਛਕੇ ਵਾਲੇ ਦਾ ਸਤਿਕਾਰ ਤਾਂ ਛਕਣ ਤੋਂ ਬਾਅਦ 10 ਗੁਣਾ ਪਹੁੰਚ ਜਾਂਦਾ। ਅਗਲਾ ਕਹਿੰਦਾ ਖਾਲਸਾ ਸਾਹਿਬ ਆ, ਛੋਟਾ ਖਾਲਸਾ ਆ, ਇਹ ਚੜ੍ਹਦੀ ਕਲਾ ਚ ਸਿੰਘ ਆ ਜਿਹਨੇ 12 ਸਾਲ ਦੀ ਉਮਰ ਵਿੱਚ ਅੰਮ੍ਰਿਤ ਛਕ ਲਿਆ। ਠੀਕ ਆ, ਮੇਣਾ ਜਿਹੜਾ ਮੇਣਾ ਇਹ ਦੇਖੋ, ਅਸੀਂ ਇਸ ਮਸਲੇ ਦੇ ਇਕੱਠੇ ਹੋਏ ਹਾਂ। ਬੀਬੀ ਜੀ ਬਹੁਤ ਵਧੀਆ ਗੱਲ ਆ, ਬਹੁਤ ਵਧੀਆ ਗੱਲ ਆ, ਛਕਣਾ ਚਾਹੀਦਾ, ਸਭ ਨੂੰ ਛਕਣਾ ਚਾਹੀਦਾ। ਹੁਣ ਨਿੱਕਾ ਹੈ ਚੰਗੀ ਆ, ਇਹਨੇ ਵੀ ਅੰਮ੍ਰਿਤ ਛਕਿਆ ਹੀ ਆ, ਮਹਾਂਕਾਲ ਦਾ ਮੁੰਡਾ ਵਾ। ਨਿੱਕੇ ਨਿੱਕੇ ਭੰਜੇ ਨੇ ਅੰਮ੍ਰਿਤ ਛਕਿਆ, ਮਤਲਬ ਇਹਨੂੰ ਰੋਕੀ ਕਹਿੰਦੇ ਮਹਾਂਕਾਲ ਦਾ ਮੁੰਡਾ। ਹੁਣ ਇੱਥੇ ਅਸੀਂ ਗੱਲ ਕਰਦੇ, ਅਸੀਂ ਇਹ ਵੀ ਗੱਲ ਕਰ ਸਕਦੇ ਅਸੀਂ ਕਿਸੇ ਨੂੰ ਨਹੀਂ ਜਾਣਦੇ, ਅਸੀਂ ਨਹੀਂ ਜਾਣਦੇ। ਅਸੀਂ ਆਪਾਂ ਗੁਰਮਤ ਦੇ ਵਿੱਚ ਰਹਿ ਕੇ ਆਪਾਂ ਉਹਦੇ ਲਿਖਤੀ ਰੂਪ ਦੇ ਮੈਨੂੰ ਵਿੱਚ ਪਤਾ ਨਹੀਂ ਸੀ, ਮੈਂ ਉਹਨੂੰ ਪੁੱਛ ਲਿਆ ਸੀਗਾ ਤੂੰ ਗੱਲ ਇਹਨਾਂ ਕਹੀ ਤੇ ਇਹਦੇ ਜਦੋਂ ਮੁੰਡਾ ਮੇਰੇ ਮੂਹਰੇ ਕਰਦੀ ਸੀ ਨਾ ਵੀ ਲੈ ਮਾਰ ਦੇ ਫਿਰ ਉਹਨੇ ਕਹੀ ਇਹ ਮੁੰਡਾ ਮੂਹਰੇ ਲੜਾਈ ਚ ਗਈ ਆ, ਇਹ ਜਿਹੜਾ ਸਾਡਾ ਮਨ ਆ ਇਹਨੂੰ ਤਾਂ ਮਰਨ ਨੇ ਕਿਹਾ ਕਾਬੂ 'ਚ ਰੱਖਣਾ, ਤੇ ਜੇ ਕਾਬੂ 'ਚ ਹੀ ਨਹੀਂ ਹੈਗਾ, ਦੇਖੋ ਤੁਸੀਂ ਮਾਂ-ਬਾਪ ਨੇ, ਤੁਸੀਂ ਅੰਮ੍ਰਿਤਪਾਨ ਕੀਤਾ, ਚੱਲ ਤੁਹਾਡੀ ਕਿਸੇ ਨਾਲ ਲੜਾਈ ਹੁੰਦੀ, ਤੁਸੀਂ ਉਹਦਾ ਗਾਲੀ ਗਲੋਚ ਗੰਦੇ ਕਰੋ, ਫਿਰ ਤੁਹਾਡੇ ਅੰਮ੍ਰਿਤ ਛਕੇ ਦਾ ਕੀ ਫਾਇਦਾ ਜੇ ਤੁਹਾਡੇ ਮਨ ਤੇ ਕਾਬੂ ਨਹੀਂ ਹੈਗਾ। ਇਹ ਤਾਂ ਜੇ ਆਪਾਂ ਅੰਮ੍ਰਿਤਪਾਨ ਕੀਤਾ, ਗੁਰੂ ਵਾਲੇ ਬਣੇ ਆ, ਗੁਰੂ ਦੀ ਸਿੱਖਿਆ ਲੈਣੀ ਆ, ਗੁਰੂ ਦੀ ਸਿੱਖਿਆ ਤੇ ਇਹੀ ਗੱਲ ਕਹਿੰਦੀ ਆ ਵੀ ਆਪਣੇ ਆਪ ਤੇ ਕਾਬੂ ਰੱਖ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਕਾਬੂ ਦੇ ਵਿੱਚ ਇਹ ਰੱਖ ਕੇ ਤੇਰੇ ਤੋਂ ਬਾਹਰ ਕਿੱਦਾਂ ਚੱਲ ਜਾਣਾ। ਸੋ ਇਹ ਬੇਨਤੀ ਹੈ ਵੀ ਜਿਹੜੀ ਗਲਤੀ ਤੁਹਾਡੇ ਲੜਕੇ ਤੋਂ ਹੋਈ ਹੈ, ਤੁਸੀਂ ਮੰਨੀ ਆ ਵੀ ਹਾਂ ਉਹਨੇ ਕਹੀ ਆ, ਆਪਾਂ ਰਿਟਨ ਦੇ ਵਿੱਚ ਆਪਾਂ ਨਹੀਂ, ਜਿਹੜੀ ਗੁਰਸਿੱਖੀ ਦੇ ਵਿੱਚ ਆਉਂਦੀ ਆ, ਦਾਇਰੇ 'ਚ ਆਉਂਦੀ ਆ। ਇਹ ਜਿੰਨੀ ਕਿ ਨਹੀਂ ਕੂ ਵਾਲੀ ਗੱਲ ਨਹੀਂ, ਬੜੀ ਵੱਡੀ ਗੱਲ ਹੈ ਜੇ ਮੰਨੋ ਤੇ। ਤੁਸੀਂ ਨਿੱਕੀ ਜੀ ਸਮਝੀ ਹੋਈ ਹੈ। ਸਾਹਮਣੇ ਨਹੀਂ ਸੀ, ਮੈਂ ਸੁਣਿਆ, ਮੈਂ ਉਹਨੂੰ ਪੁੱਛ ਲਿਆ, ਕਹਿੰਦਾ ਮੈਂ ਇੰਨੀ ਗੱਲ ਜ਼ਰੂਰ ਕਹੀ ਜੋ ਮੈਂ ਮੁੰਡਾ ਮੋਰੇ ਚੁੱਕ ਕਰਦੀ ਅੱਛਾ, ਮਾਰੋ ਇਹਦੇ ਸ਼ਾਇਦ ਹੁਣ ਤੁਹਾਨੂੰ ਇਹ ਗੱਲ ਦੱਸ ਦਈਏ, ਉਹ ਬੀਬੀ ਨੇ ਆਪਣੀ ਇੱਕ ਵੀਡੀਓ ਬਣਾ ਕੇ ਚਾੜੀ ਆ, ਸਾਨੂੰ ਪਾਈ ਆ, ਜੇ ਸਾਡੇ ਕੋਲੋਂ ਲੀਕ ਹੋ ਜਾਵੇ, ਇੱਥੇ ਪਤਾ ਨਹੀਂ ਕਿੰਨੇ ਕਿ ਜਥੇਬੰਦੀਆਂ ਨੇ, ਕਿਹਨੂੰ ਜਵਾਬ ਦਿਓਗੇ ਤੁਸੀਂ ਆ ਕੇ? ਤੁਹਾਡੇ ਸਾਲ ਦੇ ਮਹੀਨੇ ਮੁੱਕ ਜਾਣੇ ਤਾਂ ਇੱਥੇ ਜਥੇਬੰਦੀਆਂ ਹੋਣਗੇ, ਕਿਹੜਾ ਬੰਦਾ ਆਪਣਾ ਰੋਜ਼ ਕੰਮ ਛੱਡੂਗਾ? ਬਾਬਾ ਜੀ ਦੇ ਜਥੇਬੰਦੀ ਹਾਂ, ਜੇ ਤੁਹਾਡੇ ਕੋਲ ਅਸੀਂ ਫੈਸਲਾ ਕਰਨ ਆਏ ਆ, ਇਹ ਮੈਟਰ ਅੱਜ ਇੱਥੇ ਹੀ ਖਤਮ ਹੋ ਜਾਣਾ ਹੈ। ਇਹਦੇ ਵਿੱਚ ਇਹ ਆ ਵੀ ਜਿਹੜੀ ਗਲਤੀ ਤੁਹਾਡੇ ਲੜਕੇ ਤੋਂ ਹੋਈ ਆ, ਉਹ ਰਿਟਨ ਦੇ ਵਿੱਚ ਮਾਫੀ ਮੰਗ ਰਹੇ, ਮੇਰੇ ਤੋਂ ਹੋ ਗਈ ਗਲਤੀ, ਵੀ ਦੁਬਾਰਾ ਮੈਂ ਕਿਸੇ ਨੂੰ ਗੁਰਸਿੱਖੀ ਵਾਲੇ ਜੀਵਨਾਂ ਵਾਲੇ ਬੰਦੇ ਨੂੰ ਮੈਂ ਕਦੇ ਅੱਜ ਤੋਂ ਬਾਅਦ ਜ਼ਿੰਦਗੀ 'ਚ ਮਾੜਾ ਨਹੀਂ ਕਹੂੰਗਾ। ਜਿਹੜਾ ਮੈਨੂੰ ਕਿਹਾ ਗਿਆ, ਉਹ 5 ਪਿਆਰੇ ਸਾਹਿਬਾਨ ਮੈਨੂੰ ਕੋਈ ਵੀ ਇੱਥੇ ਸਜ਼ਾ ਲਾ ਸਕਦੇ ਆ, ਤਨਖਾਹ ਲਾ ਸਕਦੇ ਆ, ਉਹ ਮੈਂ ਸਜ਼ਾ ਦਾ ਹੱਕਦਾਰ ਹਾਂ ਤਾਂ ਮੈਂ ਭੁਗਤੂੰਗਾ। ਬਸ ਆਹ ਗੱਲ ਆ। ਜਦੋਂ ਆਹ ਗੱਲ ਤੇ ਜਿਹੜੇ ਬੰਦੇ ਨੇ, ਇੱਕ ਹੁੰਦਾ ਬੰਦਾ ਗਲਤੀ ਕਰਨ ਵਾਲਾ, ਇੱਕ ਹੁੰਦਾ ਉਹਨੂੰ ਮੰਨਣ ਵਾਲਾ। ਮੰਨਣ ਵਾਲਾ ਵੀ ਸੂਰਮਾ ਮੰਨਿਆ ਜਾਂਦਾ, ਆਪਣੀ ਗਲਤੀ ਕਰਕੇ ਮੰਨ ਜਾਣਾ ਇਹ ਵੀ ਸੂਰਮਾ ਹੀ, ਇਹ ਸੂਰਮੇ ਦੀ ਨਿਸ਼ਾਨੀ ਆ। ਇਹਨਾਂ ਨੂੰ ਦੱਸਦਾ ਬਾਬਾ ਜੀ ਬੜਾ ਵਧੀਆ ਤਰੀਕੇ ਨਾਲ ਉਹਨਾਂ ਗੱਲ ਕੀਤੀ ਬਜ਼ੁਰਗਾਂ ਨੇ, ਕਾਗਜ਼ ਪਿੰਡ ਦੇ ਮੰਨਣ ਵਾਲੇ ਨੇ, ਉਹਨਾਂ ਦੱਸਦਾ ਜੋ ਸੱਚ ਹੈ। ਹਾਂਜੀ, ਕੱਲ ਉੱਥੇ ਵੀ ਮੈਨੂੰ ਨਹੀਂ ਪਤਾ ਇਹ ਗੱਲ ਤੇ ਕਹਿੰਦੀ ਇਦਾਂ ਹੋਈ, ਮੈਂ ਕਿਹਾ ਮੈਂ ਪੁੱਛ ਲੈਣ ਤੋਂ ਪਹਿਲਾਂ, ਭਲਕੇ ਉੱਥੇ ਵੀ ਸਹੁੰ ਦੀ ਗੱਲ ਹੁੰਦੀ ਜਾਂ ਕਿਸ ਤਰ੍ਹਾਂ ਹੁੰਦੀ, ਫੇਰ ਵੀ ਤੇ ਜਿੰਨੀ ਗੱਲ ਹੋਈ ਕਾਕਾ ਉਹ ਦੱਸ ਦੇ ਹਾਂਜੀ। ਅਸੀਂ ਤੇ ਤੁਹਾਡਾ ਪ੍ਰੇਮ ਪਿਆਰ ਨਹੀਂ, ਉਹ ਤਾਂ ਮੁੰਡੇ ਵੱਲੋਂ ਗੱਲ ਕਰਦਾ, ਮੈਨੂੰ ਪੰਚਾਇਤ ਵਾਲੇ ਕਹਿੰਦੇ ਸਹੁੰ ਖਾ ਤੂੰ ਮੁੰਡੇ ਦੀ ਖਾਨਾ ਵਾ, ਵੀ ਉਹਨੇ ਕੀ ਗੱਲ, ਉਹ ਮੈਂ ਵੀ ਝੂਠੀ ਖਵਾਈ ਜਾਵਾਂ, ਉਹਨੇ ਕਹੀ ਹੋਵੇ। ਮੈਂ ਚੰਗੀ ਤਰ੍ਹਾਂ ਪੁੱਛਿਆ ਕਾਕਾ ਜਿਹੜੀ ਗੱਲ ਹੋਈ ਦੱਸ ਦੇ ਮੈਨੂੰ। ਕਹੀ ਉਹਨੇ ਕਈ ਮੈਨੂੰ ਕਹਿਤਾ, ਮੈਂ ਜਾ ਕੇ ਨਾ ਉਹ ਵੀ ਸੂਰਮਾ ਹੀ ਆ, ਜਿਹੜਾ ਗਲਤੀ ਕਰਕੇ ਮੰਨ ਗਿਆ ਵੀ। ਮੈਂ ਤੇ ਉੱਥੇ ਵੀ ਇਹਨਾਂ ਨੂੰ ਸਾਰੇ ਸਾਹਮਣੇ ਕਿਹਾ, ਮੈਂ ਕਿਹਾ ਉਹਨੇ ਗੱਲ ਇਹ ਕਹੀ ਆ, ਜਦੋਂ ਮੋਰੇ ਚੁੱਕ ਬੱਚੇ ਨੂੰ ਆਪਦੇ ਮੋਰੇ ਮੰਨ ਕੇ ਦੁਬਾਰਾ ਫੇਰ ਗਲਤੀ ਕਰੋ, ਢੀਠ ਹੀ ਹੈਗਾ। ਬਾਕੀ ਇੱਕ ਗੱਲ ਹੋ ਸਕਦੀ ਵੀ ਨਵਾਂ ਹੀ ਕੰਮ ਹੋਇਆ ਇਹ ਤੁਹਾਡੇ ਮੂੰਹ 'ਚ ਬਚਨ ਹੋਇਆ, ਤੁਹਾਡੇ ਫਾਦਰ ਕਹਿੰਦੇ ਹੋਇਆ, ਇਹ ਨਹੀਂ ਚੂਹੇ ਵਾਲੀ ਗੱਲ ਨਹੀਂ ਹੋਈ। ਤੇ ਜਿਹੜਾ ਤੁਸੀਂ ਕਿਹਾ ਵੀ ਗਾਤਰਾ ਪਾਇਆ ਵੀ ਇਹ ਜਥੇਦਾਰ ਦਾ ਸਾਲਾ, ਇਦਾਂ ਨਹੀਂ ਸੀ ਗੱਲ ਹੋਈ ਬਾਬਾ ਜੀ, ਇਹ ਤੁਹਾਡੇ ਪਿਤਾ ਹੀ ਮੰਨੇ ਪਏ ਵੀਡੀਓ ਨਹੀਂ ਇਦਾਂ ਨਹੀਂ, ਇਹਨਾਂ ਦੇ ਸੁਣੋ ਪਹਿਲਾਂ ਗੱਲ ਇਹਨਾਂ ਦਾ ਇਦਾਂ ਨਹੀਂ ਸੀ ਗੱਲ ਹੋਈ। ਤੁਸੀਂ ਸੁਣਾਓ ਜੀ। ਜਿੱਦਾਂ ਦੋ ਪਿੱਛੇ ਪਿੰਡ ਦੇ ਮੁੰਡਿਆਂ ਨੂੰ ਉਹਨਾਂ ਦੋਵਾਂ ਨੇ ਮਤ ਛੱਡਿਆ ਵਾ, ਇੱਕ ਨੇ ਗਾਤਰਾ ਉੱਤੋਂ ਦੀ ਪਾਇਆ ਸੀ, ਇੱਕ ਨੇ ਥੱਲੇ ਦੀ ਪਾਇਆ ਸੀ। ਉਹ ਇਹ ਗੱਲ ਨੂੰ ਬਾਬਾ ਨਾਲੇ 2.5-3 ਮਹੀਨੇ ਹੋ ਗਏ ਆ, ਜਿੱਦਾਂ ਹੁਣ ਦੀ ਗੱਲ ਨਹੀਂ ਗਈ, ਉਹ ਬੈਠੇ ਸੀ ਤੇ ਅਸੀਂ ਉੱਥੇ ਬਾਹਰ ਬੈਠੇ ਗੱਲਾਂ ਕਰਦੇ ਤੇ ਸੈਂਟਰ ਲੱਗ ਗਏ ਨੰਗੇ, ਤੇ ਇੱਕ ਜਿਹਨੇ ਥੱਲੋਂ ਦੀ ਪਾਇਆ ਸੀ ਉਹਨੂੰ ਕਿਹਾ ਸੀ
ਲੈ ਲਓ ਵੀ ਤੂੰ ਵੀ ਕਾਤਰਾ ਉੱਥੋਂ ਹੀ ਪਾ ਲਾ। ਸਿਰਫ ਗੱਲ ਆ ਇੰਨੀ ਹੋਈ ਸੀ। ਜਿਹੜਾ ਬਾਕੀ ਮੈਟਰ ਜੁੜਿਆ ਗਾ ਉਹ ਜਿੱਦਾਂ ਜੈਦਬਾਜੀ ਕਹਿ ਲਓ, ਜਿੱਦਾਂ ਕਹਿ ਚੁੱਕਣਾ ਜਾ ਕੇ ਉਹ ਆਪਦੇ ਕੋਲੋਂ ਜੁੜਿਆ ਗਿਆ। ਗੁਰੂ ਮਹਾਰਾਜ ਦੀ ਹਜ਼ੂਰ 'ਚ ਬੈਠੇ ਸੱਚ ਬੋਲੋ। ਅੱਜ ਸੱਚ ਹੀ ਬੋਲਿਆ ਜੀ। ਤੁਸੀਂ ਇਹ ਨਹੀਂ ਕਿਹਾ, ਤੁਸੀਂ ਇਹ ਕਿਹਾ ਕਿ ਉੱਥੋਂ ਖਤਰਾ ਪਾਉਂਦੇ ਹੋ ਬਾਅਦ 'ਚ ਕੁੜੀਆਂ ਤੇ ਕਰ ਦਿੰਦੇ ਨਹੀਂ ਬਸ ਇਦਾਂ ਨਹੀਂ ਕਹਿ ਸਕਦੇ, ਇਹ ਗੱਲ ਨਹੀਂ ਹੋਈ। ਆਪਾਂ ਉਸ ਗੱਲ ਤੇ ਨਾ ਜਾਈਏ। ਹਾਂ ਜੋ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਪੁੱਛਿਆ ਸੀ, ਜੋ ਤੁਸੀਂ ਆਪਣੇ ਉਹ ਤਾਂ ਇਦਾਂ ਪੁੱਛਿਆ ਜਦੋਂ ਇਹ ਚੁੱਪ ਮੋਰੇ ਮੁੰਡੇ ਨੂੰ ਕਰਦੇ ਨੇ ਉਦੋਂ ਇਹਨੇ ਕਿਹਾ ਕਿਤੇ ਕੀ ਕਹਤਾ ਜੀ? ਜਿਹੇ ਦਾ ਤੂੰ ਸਾਲਾ ਬਣਿਆ ਜਿੱਦਾਂ ਮਤਲਬ ਇਹ ਇਹਦੀ ਮੰਮੀ ਮੈਂ ਉਹੀ ਪੁੱਛਦਾ ਤੁਸੀਂ ਕਿਹਾ ਜਾਂ ਨਹੀਂ? ਉਹ ਗੱਲ ਬਾਅਦ ਚ ਹੋਈ ਆ ਜਦੋਂ ਨਹੀਂ ਆਪ ਤੁਸੀਂ ਦਾੜੀ ਕੱਟੀ ਹੈ ਤੇ ਤੁਸੀਂ ਗੱਲਾਂ ਕਰਦੇ ਅਮਰਦੀਆਂ, ਤੁਹਾਨੂੰ ਇਹ ਹੱਕ ਹੈ ਕਿਸੇ ਚੀਜ਼ ਦਾ? ਤੁਸੀਂ ਕਿਉਂ ਉਦਾਂ ਕਿੰਤੂ ਪਰੰਤੂ ਕਰਦੇ ਤੁਸੀਂ? ਤੁਹਾਨੂੰ ਖੁਸ਼ੀ ਨਹੀਂ ਕਿ ਨਿੱਕੇ ਮੁੰਡੇ ਨੇ ਅੰਮ੍ਰਿਤ ਛਕ ਲਿਆ? ਬਹੁਤ ਖੁਸ਼ੀ ਨਹੀਂ ਸਗੋਂ ਤੁਹਾਨੂੰ ਸਜਣਾ ਚਾਹੀਦਾ ਤਿਆਰ ਬਰ ਤਿਆਰ। ਤੁਸੀਂ ਪੜ੍ਹੇ ਕਿਸੇ ਸਾਲ ਅਜੇ ਤੱਕ? ਤੁਹਾਨੂੰ ਪਤਾ ਸਾਲ ਦਾ ਮਤਲਬ ਕੀ ਹੈ? ਸਾਲ ਦਾ ਮਤਲਬ ਜਿੰਨਾ ਤੁਹਾਡੇ ਪਿਤਾ ਜੀ ਨੇ ਹਮਲਾ ਛਕਿਆ, ਤੁਹਾਨੂੰ ਵੀ ਛਕਣਾ ਚਾਹੀਦਾ। ਤੁਸੀਂ ਸਗੋਂ ਆਪ ਗੁਰੂ ਵਾਲੇ ਬਣੋ, ਇਸ ਟਾਈਮ ਕੌਮ ਨੂੰ ਲੋੜ ਹੈ ਤੁਹਾਡੀ, ਤੇ ਤੁਸੀਂ ਇਦਾਂ ਕਰੋਗੇ ਤੇ ਕੌਮ ਦਾ ਵਾਲੀ ਵਾਰਸ ਕੌਣ ਜੇ ਹੈ? ਹੁਣ ਸਿੱਖ ਧਰਮ ਵੱਲੋਂ ਤੁਹਾਡੇ ਵੱਲੋਂ ਇਹ ਪਰਚਾ ਹੋ ਜਾਏ ਤਾਂ ਕੀ ਕਰੋਗੇ ਦੱਸੋ? ਤੁਸੀਂ ਅਕਾਲ ਤਖਤ ਦੀ ਮਾਰ ਚੱਲ ਲਓਗੇ? ਇਹ ਤੁਹਾਡਾ ਗਲਤੀ ਹੋਈ ਨਾ, ਪਤਾ ਤੁਹਾਨੂੰ ਮਹਿਸੂਸ ਕਰ ਰਹੇ ਹੋ ਗਲਤੀ? ਕਿਉਂ ਜੋ ਹੈਗਾ ਸੱਚ ਗਲਤੀ ਮੰਨ ਲਓ, ਬਸ ਇਹ ਕਿ ਮਹਾਰਾਜ ਦੀ ਹਜ਼ੂਰੀ 'ਚ ਬੈਠੇ। ਇਦਾਂ ਆ ਬੇਨਤੀ ਭਾਈ ਸਾਹਿਬ, ਸਾਂਭੋ ਨੂੰ ਪਾਣੀ ਦਿਵੋ। ਉਹ ਦੇਖੋ ਸਾਡੇ ਸਿੰਘ ਸੱਜੇ ਆ, ਜੇ ਤੁਸੀਂ ਆਪ ਨਹੀਂ ਛਕ ਸਕਦੇ ਉਹਨੂੰ ਤਾਂ ਸਾਥ ਦਿਵੋ। ਦੁਨੀਆ ਦਾ ਜਿੰਨਾ ਮਰਜ਼ੀ ਸੋਹਣਾ ਬੱਚਾ ਨਾ ਭਾਈ ਸਾਹਿਬ, ਦੁਨੀਆ ਦਾ ਜਿੰਨਾ ਮਰਜ਼ੀ ਸੋਹਣਾ ਬੱਚਾ ਉਹ ਖਾਲਸੇ ਦੇ ਨਾਲ ਬਿਠਾ ਦੇ, ਇਦੋਂ ਵੱਧ ਨਹੀਂ ਫੱਬ ਸਕਦਾ ਕੋਈ ਵੀ। ਇਹ ਸਾਡੇ ਬਾਗ ਦੀ ਫੁਲਵਾਰੀ ਆ। ਇਹ ਆ ਬਾਣਾ ਮਹਾਰਾਜ ਦਾ, ਠੀਕ ਹੈ ਜੀ। ਇਦੋਂ ਸੋਹਣਾ ਨਹੀਂ ਕੋਈ ਬੱਚਾ ਹੋ ਸਿੰਘਾਂ ਸਕਦਾ। ਨੂੰ ਸਜਾਈਦਾ ਇਹ ਪ੍ਰਤੱਖ ਮਹਾਰਾਜ ਆਪ ਹੈ ਇਸ ਬਾਣੇ 'ਚ। ਤੇ ਇਹ ਚੰਗੇ ਲੱਗਦੇ ਆ ਕਿ ਇਹ ਚੰਗੇ ਲੱਗਦੇ ਆ? ਇਹ ਚੰਗੇ ਲੱਗਦੇ। ਨਹੀਂ ਇਹਨਾਂ ਨੂੰ ਇਹੀ ਚੰਗੇ ਲੱਗਦੇ ਆ ਜਿਨ੍ਹਾਂ ਕੋ ਬਹਿਣਾ। ਤੁਸੀਂ ਉਹਨੂੰ ਮੈਂ ਕਹਿੰਦਾ ਹੱਥਾਂ 'ਚ ਚੱਕ ਲੋ ਯਾਰ, ਸ਼ੁਗਰ ਆ ਤੂੰ ਇੱਥੇ ਪਿੰਡ ਦਾ ਨਾਮ ਰੋਸ਼ਨ ਕਰਨ ਲੱਗਾ, ਬੱਚੇ ਪਤਾ ਨਹੀਂ ਉਹਨੂੰ ਭਾਈ ਸਾਹਿਬ, ਪਤਾ ਨਹੀਂ 12 ਸਾਲ ਦੀ ਉਮਰ 'ਚ ਉਹਨੂੰ ਕੀ ਦੱਸ ਗਿਆ ਤੁਹਾਡੀ ਜਿਹੜਾ ਗੁਰੂ ਵਾਲਾ ਬਣ ਗਿਆ। ਮੈਂ ਪਹਿਲਾਂ ਬੇਨਤੀ ਕੀਤੀ ਵੀ ਚਿੱਟੀਆਂ ਦਾੜੀਆਂ ਹੋ ਜਾਂਦੀਆਂ, ਬੰਦੇ ਦਾ ਦਿਮਾਗ ਹੀ ਨਹੀਂ ਜਾਂਦਾ ਇਤਨੇ ਪਾਸੇ ਨੂੰ। ਕਾਸ਼ਾ ਗੇੜ ਦੇ ਦਾੜੀ ਆਹੋ ਕਾਸ਼ਾ ਗੇੜ ਦੇ ਬੋੜਾ ਉਹਨੂੰ ਤਾਂ ਜਾਣਾ ਫਸਾਦ ਹੋਣਾ ਚੰਗੀ ਤਰ੍ਹਾਂ। ਤੁਸੀਂ ਉਹਨੂੰ ਫੜ ਕੇ ਉਹਨੂੰ ਪੱਠਾ ਕੋਲ ਕਰੀਏ ਛੋਟੀ ਜਾਤੀ ਦਾ ਆਪਾਂ ਜਦੋਂ ਆਪਾਂ ਕਹਿੰਦੇ ਨੇ ਆਪਾਂ ਜਾਤੀ ਜਾ ਆਪ ਹੀ ਕਹਿੰਦੇ ਨੇ ਫਲਾਣੇ ਛੋਟੀ ਜਾਤੀ। ਜਦੋਂ ਜਨਮ ਹੋਇਆ ਦੁੱਧ ਨਹੀਂ ਪੀਂਦੇ। ਮੈਂ ਤੇ ਕਈ ਜਨਮਾਂ ਇੱਥੋਂ ਦਾ ਭੜਕਦਾ ਹੀ ਫਿਰਦਾ। ਅੱਜ ਮੇਰਾ ਫਿਰ ਜਿਹੜੇ ਜਨਮ ਛੋਟੀ ਜਾਤੀ ਦੇ ਘਰ ਹੋ ਗਿਆ, ਮੈਂ ਦੁੱਧ ਨਹੀਂ ਛਕਦਾ। ਉੱਥੇ ਗੁਰੂ ਸਾਹਿਬ ਨੇ ਫਿਰ ਉਹਦੇ ਕੰਨ 'ਚ ਫੂਕ ਮਾਰੀ, ਉਹਨੇ ਕਿਹਾ ਕਰਮਾਂ ਨਾਲ ਛੂਤ ਬਣਦਾ। ਹੁਣ ਵੇਖੋ ਤੁਸੀਂ ਬਹੁਤ ਵਿਦਵਾਨ ਜਿਹੜੇ ਨਿਕਲੇ ਆਦਮ ਦੀ ਬਰਾਦਰੀ ਜਿਹੜੇ ਪਿੰਡ ਦਾ ਨਾਮ ਉਹਨਾਂ ਦੇ ਵਿੱਚੋਂ ਆਪਣੇ ਛੱਕ ਕੇ ਕਿੱਥੇ ਪਹੁੰਚੇ ਜਾਣ। ਮਾਰੇ ਖਾਲਸਾ ਮੇਰਾ ਦੂਸਰਾ ਖਾਸ, ਖਾਲਸੇ ਦੇ ਕਰੂਣਵਾਸ, ਖਾਲਸਾ ਮੇਰੀ ਜਾਨ ਹੀ ਜਾਨ, ਖਾਲਸਾ ਮੇਰੇ ਪ੍ਰਾਣ। ਜੇ ਖਾਲਸਾ ਕਰੇ ਵਿਕਰਮ ਕੀ ਰੀਤ, ਫਿਰ ਉਹਨਾਂ ਦੇ ਵਿੱਚ ਰਲ ਜਾਵੇ, ਮੈਂ ਤਾਂ ਕਰੂੰ ਨਹੀਂ ਕੋਈ ਪ੍ਰਤੀਤ। ਮਹਾਰਾਜ ਤਾਂ ਸਭ ਕੁਝ ਸਮਝਾ ਰਹੇ ਨੇ ਆਪਾਂ ਨੂੰ, ਪਰ ਅਸੀਂ ਪਤਾ ਕੀ ਕਰ ਰਹੇ ਹਾਂ? ਅਸੀਂ ਇੱਧਰੋਂ ਦੀ ਸੁਣਦੇ ਹਾਂ ਤੇ ਇੱਧਰੋਂ ਦੀ ਕੱਢਦੇ ਨੇ। ਗੱਲ ਸਾਨੂੰ ਨਾਮ ਜਪਣ ਦੀ ਜ਼ਰੂਰਤ ਹੈ, ਉਹਦੇ 'ਤੇ ਅਮਲ ਕਰਨ ਦੀ ਜ਼ਰੂਰਤ ਹੈ, ਭਰੋਸਾ ਕਰਨ ਦੀ ਜ਼ਰੂਰਤ ਹੈ। ਅੱਜ ਕੀ ਹੋਇਆ? ਅੱਜ ਅਸੀਂ ਭਰੋਸੇ ਤੋਂ ਵੀ ਟੁੱਟ ਗਏ ਹਾਂ, ਅਮਲ ਤੋਂ ਵੀ ਟੁੱਟ ਗਏ ਹਾਂ। ਇੱਕ ਫਾਰਮੈਲਿਟੀ ਕਰ ਰਹੇ ਹਾਂ ਅਸੀਂ, ਫਾਰਮੈਲਿਟੀ ਨਹੀਂ ਕਰਨੀ। ਇੱਕ ਬੰਦਾ ਸਿੱਧੇ ਰਸਤੇ ਜਾ ਰਿਹਾ, ਬਾਕੀ ਬੰਦੇ ਲੱਤਾਂ ਖਿੱਚਣ ਡਏ ਉਹਦੀਆਂ। ਅੱਜ ਸਾਡੇ ਸਿੱਖ ਧਰਮ ਦਾ ਘਾਣ ਕਿਉਂ ਹੋਣ ਡਿਆ ਇੰਨਾ? ਇਹਦਾ ਕਾਰਨ ਸਭ ਤੋਂ ਵੱਡਾ ਇਹ ਆ, ਇੱਕ ਬੰਦਾ ਸਾਰੀ ਜ਼ਿੰਦਗੀ ਪਾਪ ਕਰਦਾ, ਜੇ ਉਹਨੂੰ ਸਮੱਤ ਆ ਗਈ ਕਿਸੇ ਦਿਨ ਵੀ ਚੱਲ ਮੈਂ ਅੰਮ੍ਰਿਤਧਾਰੀ ਹੋਵਾਂ ਤੇ ਮੈਂ ਆਪਣਾ ਜੀਵਨ ਸੁਧਾਰ ਲਵਾਂ, ਲੋਕੀ ਪਤਾ ਕਿ ਉਹਨੂੰ ਫਿਰ ਕਹਿੰਦੇ ਆ 500 ਚੂਹਾ ਖਾ ਕੇ ਬਿੱਲੀ ਹੱਥ ਨੂੰ ਚੱਲੇ। ਇੱਦਾਂ ਕਹਿੰਦੇ ਨਾ, ਪਿਛਲੇ ਛੱਡ ਦਿਓ ਕਣ, ਇੰਨੇ ਸ਼ੁਕਰ ਮਨਾਓ ਵੀ ਸ਼ੁਕਰ ਅੱਜ ਤੋਂ ਬਾਅਦ ਹੀ ਜ਼ਿੰਦਗੀ ਬਣ ਗਈ ਇਹਦੀ। ਅੱਜ ਤੋਂ ਬਾਅਦ ਹੀ ਟੁੱਟ ਗਿਆ ਮਹਾਰਾਜ ਦੇ ਨਾਲ। ਬਾਬਾ ਜੀ ਜਿੰਨੇ ਇਤਿਹਾਸ ਵਰਗੀ ਸੀ ਬੋਲ ਲਓ, ਸਦਨੇ ਕਸਾਈ ਵਰਗੇ ਜਦੋਂ ਗੁਰੂ ਦਾ ਪਤਾ ਲੱਗ ਗਿਆ ਉਹਨਾਂ ਨੇ, ਉੱਥੇ ਸੁਰਦਾ ਸਭ ਕੁਝ ਜੀਵਨ ਹੀ ਬਦਲ ਹੋ ਗਿਆ, ਜੀਵਨ ਬਦਲ ਗਿਆ, ਯੂ ਟਰਨ ਹੋ ਗਈ ਇਸ ਜ਼ਿੰਦਗੀ ਕਰਕੇ ਦੀ। ਜੇ ਉਸ ਬੱਚੇ ਦਾ ਜੀਵਨ ਬਦਲ ਗਿਆ ਤੇ ਸਾਨੂੰ ਉਹਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਅੱਜ ਜੇ ਉਹ ਬੱਚਾ ਇੱਥੇ ਹੁੰਦਾ ਨਾ ਤੇ ਇਹੀ ਉਹਨੂੰ ਸਰੋਪਾ ਪਾ ਕੇ ਜਾਣਾ ਸੀ। ਅੱਜ ਆਪਾਂ ਵੀ ਪਾ ਕੇ ਜਾਣਾ, ਜਥੇਬੰਦੀ ਨੂੰ ਹੋਰ ਵੀ ਮਾਣ ਸਨਮਾਨ ਕਰਦੇ। ਕਰਦੇ ਉਹਦਾ ਮਾਨ ਸਤਿਕਾਰ ਹੋਰ ਵੀ ਆ ਕਰਦੇ। ਪਿੰਡ 12 ਸਾਲ ਦੀ ਉਮਰ ਸੁਰਖੋਪੁਰ ਹੋ ਕੇ ਆਏ ਆ। ਉਹ ਜਿਆਦਾ ਮੁੰਡਾ ਕਬੱਡੀ ਦਾ ਉਹਨੇ ਘਰੇ ਸੱਦਿਆ ਹੁੰਦਾ। ਦੇਖੋ ਸੁਰਖੋਪੁਰ ਦਾ ਕਿੰਨਾ ਨਾਮ ਰੋਸ਼ਨ ਕੀਤਾ ਉਹਨੇ, ਤੇ ਇਹ ਬੱਚਾ ਨਹੀਂ ਕਰਨਾ ਤੇ ਜੋ ਉਹਨਾਂ ਬੱਚਾ ਨੂੰ ਸਾਹ ਨਹੀਂ ਦੇਵਾਂਗੇ ਤੇ ਫਿਰ ਤਾਂ ਉਹਨੇ ਕਹਿਣਾ ਲੈ ਵੀ ਪਿੰਡ ਥੋੜਾ ਹੀ ਨਾ। ਭਾਈ ਸਾਹਿਬ ਆਪਣਾ ਮਹਿਸੂਸ ਕਰਦੇ ਹੋ ਵੀ ਗਲਤੀ ਹੋਈ ਹੈ, ਤੁਸੀਂ ਏਦਾਂ ਕਰੋ, ਉਹਦੇ ਵਿੱਚ ਕਾਗਜ਼ ਇਹਨਾਂ ਨੂੰ ਦੇ ਦਿਓ, ਪੈਨ ਇਹਨਾਂ ਨੂੰ ਦੇ ਦਿਓ, ਆਪਣੇ ਹੱਥ ਵਿੱਚ ਤੁਸੀਂ ਲਿਖ ਦਿਓ ਜੋ ਤੁਹਾਡੇ ਤੋਂ ਗਲਤੀ ਹੋਈ। ਮਾਰਦੇ ਹਜ਼ੂਰ ਬੈਠੇ, ਜੇ ਗਲਤ ਲਿਖੋਗੇ ਤਾਂ ਤੁਹਾਨੂੰ ਮਹਾਰਾਜ ਹੀ ਦੇਖਣਗੇ, ਅਸੀਂ ਕੋਈ ਦੇਖਣ ਵਾਲੇ ਹੈ ਹੀ ਕੋਨੇ। ਇਹ ਸੱਚ ਦੀ ਗੱਲ ਹੈ ਪੁੱਤ, ਕੋਈ ਦਬਾਅ ਤੁਸੀਂ ਉਹਨਾਂ ਨੂੰ ਲਿਖਾ ਦਿਓ ਜੋ ਤੁਹਾਡੇ ਤੋਂ ਗਲਤੀ ਹੋਈ, ਉਹਦੀ ਗਲਤੀ ਤੁਸੀਂ ਮਾਫੀ ਮੰਗਣੀ ਆ। ਇੱਥੇ 5 ਸਿੰਘਾਂ ਨੇ ਤੁਹਾਨੂੰ ਹੁਕਮ ਲਾ ਜਾਣਾ, ਤਨਖਾਹ ਲੱਗ ਜਾਣੀ ਆ, ਉਹ ਤੁਹਾਨੂੰ ਪੂਰੀ ਕਰਨੀ ਪੈਣੀ। ਅੱਜ ਪਿੰਡ ਅਸੀਂ 5 ਪਿੰਡ ਤੁਸੀਂ 50,000 ਰੁਪਏ ਚ ਕਰ ਲਿਆ
ਹਾਂਜੀ ਬਾਬਾ ਜੀ ਏਦਾਂ ਨਾ ਉਹ ਜੁਰਮਾਨਾ ਜਿਹਨਾਂ ਨੇ ਕੁੱਟਿਆ ਸੀ ਨਾ ਮੈਨੂੰ, ਉਹਨਾਂ ਨੇ ਪਹਿਲਾਂ ਮੇਰੇ ਹਸਬੰਡ ਨੂੰ ਵੀ ਕੁੱਟਿਆ ਸੀ ਜਿੱਦਾਂ, ਪਹਿਲਾਂ ਉਹਨਾਂ ਨੇ ਤਾਂ ਉਹ ਜੁਰਮਾਨਾ ਰੱਖਿਆ ਸੀਗਾ ਉਦੋਂ, ਕਹਿੰਦੇ ਸੀ ਕਿ ਕੋਈ ਲੜਾਈ ਕਰੂਗਾ ਤਾਂ ਬਾਅਦ 'ਚ ਜੁਰਮਾਨਾ, ਬਾਅਦ 'ਚ ਇਹਨਾਂ ਨੇ ਮੈਨੂੰ ਕੋਡ ਦਿੱਤਾ, ਉਹ ਜੁਰਮਾਨਾ ਤਾਂ ਸੀ ਵਿੱਚ ਜਿੱਦਾਂ ਇਹਨਾਂ ਨੇ ਇਹ ਜੁਰਮਾਨਾ ਤੁਸੀਂ ਕਿਹਾ ਲੋਨ ਨੂੰ ਕਿ ਉਹਨਾਂ ਨੇ ਆਪ ਲਾਇਆ ਵੀ ਤੁਸੀਂ ਜਿਹੜਾ ਇਹਨਾਂ ਨੇ ਪਹਿਲਾਂ ਜਦੋਂ ਕੁੱਟਿਆ ਸੀ ਨਾ ਮੇਰੇ ਘਰੋਂ ਨੇ, ਉਦੋਂ ਡਨ ਰੱਖਿਆ ਜੀ। ਇਹਨਾਂ ਨੇ ਕਿਹਾ 50,000 ਵੀ ਜੇ ਦੁਬਾਰਾ ਕੁੱਟਾਂਗੇ ਅਸੀਂ 50,000 ਦੇਵਾਂਗੇ। ਨਹੀਂ, ਇਹਨਾਂ ਨੇ ਕਿਹਾ ਸੀ ਜੇ ਕੋਈ ਬਾਅਦ 'ਚ ਵਾਅਦਾ ਕਰੂਗਾ। ਹਾਂ ਯਾਨੀ ਵਾਧਾ ਉਹਨਾਂ ਨੇ ਕੀਤਾ, ਹੁਣ 50,000 ਡਨ ਉਹਨਾਂ ਨੂੰ ਲੱਗ ਗਿਆ। ਹਾਂਜੀ ਇਹ ਥਾਣੇ ਨੇ ਲਵਾਇਆ ਪੰਚਾਇਤ ਨੇ, ਹਾਂਜੀ ਉਹ ਵੀ ਫਿਰ ਆਪਣਾ ਤੇ ਮਕਸਦ ਇਹੋ ਹੀ ਗੱਲ ਚੱਲੀ ਕਿ ਜੋ ਤੁਹਾਡੇ ਲੜਕੇ ਨੇ ਉਹਨੂੰ ਕਿਹਾ ਉਹਦੇ ਮੁਤਾਬਕ ਗੱਲ ਹੋਈ, ਆਪ ਜੀ ਮੰਨ ਗਏ ਕਿ ਮੇਰੇ ਲੜਕੇ ਕੋਲ ਹੋਈ ਗੱਲ, ਠੀਕ ਹੈ ਜੀ। ਉਸ ਵੇਲੇ ਤੁਸੀਂ ਸਾਡੇ ਕੋਲੇ ਸਾਹਮਣੇ ਨਹੀਂ ਗੱਲ ਲਿਆਂਦੀ, ਮੈਂ ਭਾਈ ਰਣਜੀਤ ਸਿੰਘ ਨੂੰ ਇਹ ਗੱਲ ਕਹੀ ਕਿ ਸਾਡਾ ਮਕਸਦ ਅੰਮ੍ਰਿਤ ਦੀ ਗੱਲ ਹੈ, ਜੋ ਅੰਮ੍ਰਿਤ ਬਾਰੇ ਉਹਨੂੰ ਕਿਹਾ ਗਿਆ ਜਾਂ ਬਾਣੇ ਬਾਰੇ ਕਿਹਾ ਗਿਆ ਜਾਂ ਕਕਾਰਾਂ ਬਾਰੇ ਕਿਹਾ ਗਿਆ, ਸਾਡਾ ਮਕਸਦ ਇਹ ਇਹਨਾਂ ਨੇ ਬੋਲ ਕੇ ਉਸੇ ਵੇਲੇ ਸੰਗਤ ਨੂੰ ਸਾਰੀ ਨੂੰ ਬੇਨਤੀ ਕਰਤੀ ਕਿ ਸਾਡਾ ਮਸਲਾ ਆਏ। ਜਦੋਂ ਕਿ ਆਪਾਂ ਫੈਸਲਾ ਕਰ ਲਿਆ, ਉਦੋਂ ਬਾਅਦ ਸਾਡੇ ਕੰਨ 'ਚ ਆਵਾਜ਼ ਆਈ ਕਿ 50,000 ਰੁਪਇਆ ਇਹਨਾਂ ਨੇ ਡਨ ਲਾਇਆ, ਠੀਕ ਹੈ ਜੀ। ਅਸੀਂ ਉਹਦੇ ਬਾਰੇ ਵੀ ਵੈਰੀਫਾਈ ਕਰ ਲਿਆ। ਕੰਨ ਵੀ ਪੈਸੇ ਇਸੇ ਕਰਕੇ ਭਰਿਆ ਵੀ ਗਲਤ ਉਹਦਾ ਲਫ਼ਜ਼ ਬੋਲਿਆ ਤੇ ਤਾਂ ਕਰਕੇ ਭਰਿਆ, ਹੋਰ ਅਸੀਂ ਹੋਰ ਕਾਹਦੇ ਵਾਸਤੇ ਭਰਨਾ ਨਹੀਂ, ਉਹ ਕਹਿੰਦੀ ਮੈਨੂੰ ਕੁੱਟੇ ਉਹਦਾ ਭਰਿਆ, ਉਹ ਜਗ੍ਹਾ ਮੈਨੂੰ ਸੱਟਾਂ ਲਾਈਆਂ। ਜਿਹੜਾ ਪਹਿਲਾਂ ਕੋਈ ਫਾਇਦਾ ਤੁਹਾਡਾ ਪੰਚਾਇਤ ਦੇ ਨਾਲ ਨਹੀਂ, ਜੇ ਉਹ ਫੈਸਲੇ ਦੇ ਵਿੱਚ ਕੋਈ ਲਿਖਿਆ ਦੇਖੋ ਬੁਰਾ ਨਾ ਬਣਾ, ਇਹਨੇ ਪਾਏਗਾ ਤੁਹਾਨੂੰ ਦੱਸ ਦਿਆ ਨਹੀਂ 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 ਮੈਨੂੰ ਦਿੱਤਾ ਇਹ ਹੈਗਾ ਤੁਹਾਨੂੰ ਦੇਖੋ ਫੈਸਲਾ ਤਾਂ ਤੁਸੀਂ ਲਿਖਾਇਆ ਨਾ। ਇੱਕੋ ਹੀ ਹੁੰਦਾ ਸਰਪੰਚ ਦੀ ਨਿਗਾਹ 'ਚ। ਪਰ ਜੇ ਆਪਾਂ ਹੁਣ ਇਹ ਗੱਲ ਕਰ ਲਈਏ ਜਿੱਦਾਂ ਤੁਸੀਂ ਗੱਲ ਕਹਿੰਦੇ ਆ, ਜਦੋਂ ਇਹਨਾਂ ਦਾ ਫੈਸਲਾ ਹੋਇਆ ਤੁਸੀਂ ਕਿੱਥੇ ਸੀਗੇ? ਨਾਲ ਸੀਗੇ। ਅੱਛਾ, ਸੱਚ ਦੱਸੋ, ਗੁਰੂ ਘਰ ਬੈਠੇ ਆ, ਉੱਥੇ ਜਿਹੜਾ ਝਗੜੇ ਦਾ ਮਸਲਾ ਗਿਆ ਕਿ ਜਾਂ ਕਕਾਰਾਂ ਦਾ ਗਿਆ? ਉੱਥੇ ਮੈਟਰ ਆਪਣਾ ਤੁਹਾਨੂੰ ਸਾਹਿਬ ਜੀ ਕਲੀਅਰ ਕਰ ਦਿੰਦੇ। ਨਹੀਂ ਮੈਂ ਦੋ ਗੱਲਾਂ ਦੀ ਜਵਾਬ ਦਿਓ, ਝਗੜੇ ਦਾ ਗਿਆ ਕਿ ਜਾਂ ਕਕਾਰਾਂ ਦਾ ਗਿਆ? ਨਹੀਂ ਪਹਿਲਾਂ ਜਦੋਂ ਆਪਣਾ ਐਫਏ ਦੇ ਆਪਣੇ ਐਫਆਰ ਦਰਜ ਕਰਾਉਂਦੇ ਆ, ਉਹ ਤਾਂ ਆਪਾਂ ਬਣਾਉਂਦੇ ਹਾਂ, ਜੋ ਕੁਝ ਆਪਣਾ ਲਿਖਿਆ ਵਾ, ਇਹਨਾਂ ਨੇ ਆਪਣੀ ਸਟਾਰਟਿੰਗ ਵਿੱਚ ਬੋਲੀ ਸੀ ਕਿ ਲਫ਼ਜ਼ ਗਲਤ ਬੋਲੇ ਸੀ, ਰਾਜੀਨਾਮੇ ਦੇ ਚੀਜ਼ ਨਹੀਂ ਮਿਲੀ, ਉਹ ਆਪਾਂ ਨੂੰ ਅਲੱਗ ਰੂਪ ਨਾਲ ਲਿਖਿਆ, ਜਦੋਂ ਆਪਾਂ ਕਹਿੰਦੇ ਝਗੜੇ 'ਚ ਹੋਇਆ ਸੀਗਾ ਜਾਂ ਵੱਧ ਘੱਟ ਬੋਲ ਗਏ। ਮਸਲਾ ਨਹੀਂ ਕੋਈ ਰਾਜੀਨਾਮੇ 'ਚ ਨਹੀਂ ਲਿਖਿਆ ਨਾ, ਅਸੀਂ ਅੱਜ ਕਕਾਰਾਂ ਦੇ ਮਸਲੇ 'ਚ ਆਏ ਆ। ਉਹ ਜਿਹੜਾ ਮਸਲਾ ਤੁਹਾਡਾ ਝਗੜੇ ਦਾ ਆ, ਮੇਰੇ ਕਹਿਣ ਦਾ ਮਕਸਦ ਹੈ ਮੈਟਰ ਦੋ ਬਣ ਗਏ, ਕਿਸੇ ਨੇ ਇਹਨਾਂ ਤੇ ਹੱਥ ਚੱਕਿਆ ਜਾਂ ਜਾਤੀ ਸੋਚ ਕੇ ਸ਼ਬਦ ਬੋਲਿਆ ਵੀ ਤੁਸੀਂ ਟੂੜੇ ਆ ਜਾਂ ਕਿੱਦਾਂ। ਜੇ ਇਹ ਪਰਚਾ ਕਰਾਉਂਦੇ ਆ ਉਸ ਬੰਦੇ ਦੇ, ਇਹ 295 ਲੱਗਣੀ ਹੈ ਤੇ 3 ਮਹੀਨੇ ਉਹਦੀ ਜ਼ਮਾਨਤ ਨਹੀਂ ਹੈਗੀ, ਜ਼ੋਰ ਲਾ ਲਿਓ। ਇੱਥੇ ਸਾਰੇ ਮਜਬੀ ਸਿੰਘ ਇਕੱਠੇ ਹੋ ਕੇ ਆ ਜਾਣੇ ਆ, ਤੁਸੀਂ ਜਵਾਬ ਦਿੰਦੇ ਮਰ ਜਾਣਾ ਸਾਰੀ ਜ਼ਿੰਦਗੀ ਵੀ ਅਸੀਂ ਕੀ ਕਰ ਲਿਆ। ਅੱਛਾ, ਇੱਕ ਮਿੰਟ ਬੀਬੀ ਜੀ, ਇਹਨਾਂ ਦੇ ਮਾਮੀ ਜੀ ਹੈ ਜਲੰਧਰ ਤੋਂ ਇਸ ਪ੍ਰਧਾਨ। ਮਾਮਲੇ ਦੇ ਵਿੱਚ ਤੁਹਾਨੂੰ ਵੀ ਥੋੜੀ ਜਿਹੀ ਹਦਾਇਤ ਹੈ ਸਾਡੇ ਵੱਲੋਂ, ਸਾਡੀ ਜਥੇਬੰਦੀ ਵੱਲੋਂ, ਫੈਸਲਾ ਜਾਂ ਤੇ ਸਾਨੂੰ ਉਡੀਕ ਕੇ ਕਰਨਾ, ਕਾਲੇ ਨਹੀਂ ਕਰਨਾ। ਬਾਬਾ ਜੀ ਮੈਂ 28 ਤਰੀਕ ਦੀ ਨਾ ਦਾਖਲ ਸੀ, ਫੈਸਲਾ ਕਰ ਦੇਣਾ ਨਹੀਂ ਠੀਕ ਚਾਹੁੰਦੀ, ਹੈ ਇਹ ਤੇ ਜੀ। ਮੰਗ ਜੇ ਕਰ ਲਿਆ ਸੀ ਤੇ ਫਿਰ ਤੁਹਾਡਾ ਦੋਨਾਂ ਧਿਰਾਂ ਦਾ ਫਰਜ਼ ਬਣਦਾ ਸੀ ਸਾਨੂੰ ਸੱਚ ਦੱਸ ਦੇ ਕਿ ਆਹ ਫੈਸਲਾ ਹੋ ਗਿਆ ਤੇ ਆਹ ਗੱਲ ਹੋਈ। ਔਰ ਜਿੰਨਾ ਕਸੂਰ ਉਹਨਾਂ ਦਾ ਉਹਨਾਂ ਹੀ ਤੁਹਾਡਾ ਆ, ਤੁਸੀਂ ਵੀ ਨਹੀਂ ਦੱਸਿਆ ਸਾਨੂੰ। ਇਹਨਾਂ ਨੇ ਕਰੀ ਨਹੀਂ ਦੱਸਿਆ, ਬੀਬੀ ਜੀ ਆਪਾਂ ਤੁਹਾਨੂੰ 100 ਵਾਰੀ ਪੁੱਛਿਆ, ਮਸਲਾ ਫੋਨ ਪਰ ਹੁੰਦਾ ਸਾਰੇ ਸੰਸਥਾ ਉੱਪਰ ਸਾਡੇ ਵੱਲੋਂ ਸਾਰੇ ਗੁਰਮੁਖ ਭਾਈਆਂ ਵੱਲੋਂ ਰਲ ਮਿਲ ਕੇ ਇਹ ਸਲਾਹ ਕੀਤੀ ਗਈ ਕਿ ਇਹਨਾਂ ਨੂੰ ਗੁਰੂ ਘਰ ਦਾ ਜੋ ਝਾੜੂ 21 ਦਿਨ ਵਾਸਤੇ ਇਹਨਾਂ ਨੂੰ ਸੇਵਾ ਦਿੱਤੀ ਜਾਂਦੀ ਹੈ, ਤੇ ਇਹ 21 ਦਿਨ ਝਾੜੂ ਪ੍ਰਦਾਰੀ ਕਰਨਗੇ ਗੁਰੂ ਘਰ ਦੀ। ਵਾਹਿਗੁਰੂ ਸਾਰੇ ਜੀ ਕਾ ਮਤਲਬ ਖਾਲਸਾ। ਢਾਲ ਸਾਡੇ ਬਾਬਾ ਜੀ ਇਹਨਾਂ ਦੇ ਲੜਕੇ ਨੂੰ ਸੇਵਾ ਲਾਉਣਾ ਬਾਹਰ ਤੱਕ ਤੁਸੀਂ ਮਤਲਬ 21 ਦਿਨ ਪੂਰੇ ਵਿੱਚ ਆਪਾਂ ਫੈਸਲੇ ਨਾਮ ਲਿਖਿਆ ਜਿਸ ਦਿਨ ਸੇਵਾ ਤੇ ਲੱਗਣਾ ਉਸ ਦਿਨ ਥੋੜੀ ਦੇਰ ਨਾਲ ਲਿਆਉਣੀ ਆ। ਮਹਾਰਾਜ ਦੇ ਮੂਹਰੇ ਉਹ ਚਰਨਾਂ 'ਚ ਬੇਨਤੀ ਕਰਕੇ, ਮਹਾਰਾਜ ਮੇਰੀਆਂ ਗਲਤੀਆਂ ਮੈਨੂੰ ਬਖਸ਼ਾ ਦਿਓ। ਮੈਂ ਇੱਕ ਦੂਜੇ ਦਾ ਫੇਰ ਦੁੱਖ ਭਾਈਵਾਲ ਹੁੰਦੇ ਆ, ਪਿੰਡਾਂ ਦੇ ਵਿੱਚ ਬੜਾ 500 ਬੱਚੇ ਦੀ ਅਰਦਾਸ ਕੀਤੀ ਆ, 500 ਬੱਚਾ ਸਿੰਘ ਸਜਾਉਣਾ ਹੈ, 150 ਲਾ ਕੇ ਤੇ ਮਾਰੇ ਕਿਰਪਾ ਕਰਤੀ ਆ। ਕਿਉਂਕਿ ਪਿਆਰ ਬਣਾ ਕੇ ਰੱਖੋ, ਪਿਆਰ ਜਦੋਂ ਰਲ ਮਿਲ ਕੇ ਰਹੋ, ਬਸ ਕੋਈ ਤਕਰਾਰਬਾਜ਼ੀ ਨਾ ਕਰੋ। ਜਿਹੜਾ ਆਪਾਂ ਨੇ ਜਾਣ ਕੇ ਵੱਲੋਂ ਆ ਕੇ ਲੋਕ ਪੈ ਜਾਂਦੇ ਆ, ਗੁੰਡਾਗਰਦੀ ਪੈ ਜਾਂਦੇ ਲੋਕ, ਰਲ ਮਿਲ ਕੇ ਤੁਹਾਡੀ ਏਕਤਾ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਲ ਪਾਣੀ ਛੱਕ ਜਾ, ਆਹ ਨਾਲ ਹੀ ਨਗਰ ਆਪਣਾ ਬਾਬਾ ਜੀ ਅਸੀਂ ਜਾਣਾ ਤੂੰ ਬਾਬਾ ਜੀ ਸਾਡੇ ਹੀ ਚੰਨ ਪਾਜੋ ਗਰੀਬ ਖਾਨੇ ਫਿਰ ਆਂਦੇ ਸੀ ਆ ਲਾ ਕਿਲੋਮੀਟਰ ਹੀ ਆ ਬਾਬਾ ਜੀ, ਅੱਧਾ ਕਿਲੋਮੀਟਰ ਨਾਲ ਆ ਚੜ੍ਹਨਾ ਇੱਕ ਰੋਡ ਤੇ ਕਿੱਧਰੋਂ ਦੀ ਚੜ੍ਹਨਾ? ਮੇਰੀ ਸੁਣੀ, ਇਹ ਤੇ ਬਾਅਦ ਚ ਹੁਣ